हेलो स्टूडेंट्स, ਅੱਜ ਸਾਡਾ ਟੌਪਿਕ ਹੈ +1 ਦਾ ਟੌਪਿਕ ਹੈ ਸੈਟਸ। ਤਾਂ ਸੈਟਸ ਕਰਨ ਤੋਂ ਪਹਿਲਾਂ ਅਸੀਂ ਪਹਿਲਾਂ ਸਮਝਦੇ ਹਾਂ ਸੈਟਸ ਹੁੰਦਾ ਕੀ ਹੈ। ਅਸੀਂ ਸੈਟਸ ਦੇ ਨਾਲ ਰੋਜ਼ ਡੀਲ ਕਰਦੇ ਹਾਂ। ਤੁਸੀਂ ਆਪਣੇ ਘਰ 'ਚ ਦੇਖਿਆ ਹੋਵੇਗਾ, ਆਪਣੀ ਮਾਵਾਂ ਨੂੰ ਦੇਖਦੇ ਹੋ ਤੁਸੀਂ, ਉਹਨਾਂ ਨੇ ਹੈ ਨਾ ਰਸੋਈ ਵਿੱਚ ਬਹੁਤ ਸੋਹਣੇ ਤਰੀਕੇ ਨਾਲ ਸੈਟਸ ਬਣਾਏ ਹੁੰਦੇ ਨੇ। ਕਿਸ ਚੀਜ਼ ਦੇ? ਪਲੇਟਾਂ ਦੇ ਸੈੱਟ ਬਣਾਏ ਹੁੰਦੇ, ਕੌਲੀਆਂ ਦੇ ਸੈੱਟ ਬਣਾਏ ਹੁੰਦੇ, ਚਮਚਿਆਂ ਦੇ ਸੈੱਟ ਬਣਾਏ ਹੁੰਦੇ ਨੇ। ਠੀਕ ਹੈ, ਤਾਂ ਸੈੱਟ ਤੁਹਾਨੂੰ ਥੋੜ੍ਹਾ ਜਿਹਾ ਆਈਡੀਆ ਲੱਗੇਗਾ ਕੀ ਚੀਜ਼ ਹੁੰਦੀ ਹੈ, ਕਿ ਇੱਕ ਕੈਟਾਗਰਾਈਜੇਸ਼ਨ ਹੋ ਰਹੀ ਹੈ ਕਿ ਇੱਕ ਤਰ੍ਹਾਂ ਦੀ ਚੀਜ਼ਾਂ ਨੂੰ ਅਸੀਂ ਇਕੱਠਾ ਕਰ ਰਹੇ ਹਾਂ। ਚਲੋ ਹੋਰ ਕੀ ਚੀਜ਼ ਹੁੰਦੀ ਹੈ? ਤੁਸੀਂ ਕਦੇ ਮਾਲ ਵਿੱਚ ਗਏ ਹੋਵੋਗੇ, ਮਾਲ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਬਈ ਅਲੱਗ-ਅਲੱਗ ਕੈਟਾਗਰੀ ਸੈੱਟ ਬਣੇ ਹੁੰਦੇ ਨੇ। ਜਿਵੇਂ ਫਰੂਟ ਵਾਲੇ ਸੈਕਸ਼ਨ ਦੇ ਅੰਦਰ ਫਰੂਟ ਹੀ ਪਿਆ ਹੈਗਾ, ਠੀਕ ਹੈ। ਫਿਰ ਸਬਜ਼ੀਆਂ ਵਾਲੇ ਸੈਕਸ਼ਨ ਵਿੱਚ ਸਬਜ਼ੀਆਂ ਪਈ ਹੋਣਗੀਆਂ, ਠੀਕ ਹੈ। ਜਿੱਥੇ ਸਾਡੇ ਕੋਲ ਟੋਇਲਟਰੀ ਦਾ ਸਮਾਨ ਹੈ, ਜਿਵੇਂ ਸਾਬਣ ਹੋ ਗਿਆ, ਹਾਰਪਿਕ ਦੀ ਬੋਤਲਾਂ ਹੋ ਗਈਆਂ, ਜਾਂ ਫਿਰ ਕੋਈ ਵੀ ਟੋਇਲਟ ਦੇ ਰਿਲੇਟਡ ਸਮਾਨ ਹੈ ਉਹ ਅਲੱਗ ਪਿਆ ਹੁੰਦਾ ਹੈਗਾ। ਇਲੈਕਟ੍ਰੋਨਿਕਸ ਦਾ ਸਮਾਨ ਅਲੱਗ ਪਿਆ ਹੁੰਦਾ ਹੈਗਾ। ਤੁਸੀਂ ਕਦੇ ਐਂ ਤਾਂ ਨਹੀਂ ਦੇਖਿਆ ਕਿ ਤੁਸੀਂ ਕਦੇ ਫਰੂਟਸ ਲੈਣ ਗਏ, ਉੱਥੇ ਸੇਬ ਚੱਕਿਆ, ਨੀਚੇ ਹਾਰਪਿਕ ਦੀ ਬੋਤਲ ਨਿਕਲੇ ਆਵੇ? ਇੱਦਾਂ ਕਦੇ ਨਹੀਂ ਹੋਏਗਾ, ਠੀਕ ਹੈ। ਇਸੇ ਤਰੀਕੇ ਨਾਲ ਜਿਹੜੇ ਸੈਟਸ ਬਣਦੇ ਨੇ ਉਹ ਬਹੁਤ ਅਲੱਗ-ਅਲੱਗ ਬੇਸਿਕਲੀ ਕੈਟਾਗਰੀਜ਼ ਬਣਦੀਆਂ। ਹੁਣ ਸੈਟਸ ਅਸੀਂ ਮੈਥਸ ਵਿੱਚ ਗੱਲ ਕਰਦੇ ਹਾਂ। ਸੈਟ ਮੈਥਸ ਵਿੱਚ ਕੀ ਹੁੰਦਾ ਹੈ? ਇੱਕ ਛੋਟੀ ਜਿਹੀ ਡੈਫੀਨੇਸ਼ਨ ਲਿਖਾਂਗਾ ਅਤੇ ਉਸ ਨੂੰ ਅਸੀਂ ਡਿਫਾਈਨ ਕਰਕੇ ਦੇਖਦੇ ਹਾਂ ਕੀ ਹੁੰਦਾ ਹੈ। ਸੈਟ ਇਜ਼ ਅ well defined collection of distinct objects। ਹੁਣ ਇੱਥੇ ਧਿਆਨ ਦੇਣ ਵਾਲੀ ਗੱਲ ਕਿੱਥੇ ਹੈ? ਇਹਦੇ ਜਿੰਨੇ ਵੀ ਮੈਂ ਵਰਡਸ ਲਿਖੇ ਨੇ, ਹਰੇਕ ਵਰਡਸ ਦਾ ਇਹ ਸਿਗਨੀਫੀਕੈਂਸ ਹੈਗਾ। ਜੇ ਮੈਂ ਉਹਦੇ ਵਿੱਚ ਕੋਈ ਵੀ ਵਰਡ ਕੱਢ ਦਿੰਦਾ ਉਹ ਸੈੱਟ ਨਹੀਂ ਰਹੇਗਾ। ਜੇ ਮੈਂ ਇਹਦੇ ਵਿੱਚੋਂ ਵੈਲ ਡਿਫਾਈਨਡ ਵਰਡ ਕੱਢ ਦਿੰਦਾ ਤਾਂ ਸੈੱਟ ਨਹੀਂ ਰਹਿਣਾ। ਸੈੱਟ ਕਲੈਕਸ਼ਨ ਤਾਂ ਹੁੰਦੀ ਉਹ ਹੈ, ਠੀਕ ਹੈ। ਇੱਥੇ ਡਿਸਟਿੰਕਟ ਦਾ ਮਤਲਬ ਕੀ ਹੁੰਦਾ ਹੈਗਾ? ਯੂਨੀਕ, ਮਤਲਬ ਬਾਰ-ਬਾਰ ਜਿਹੜੀ ਚੀਜ਼ ਰਿਪੀਟ ਨਾ ਹੋਵੇ। ਇੱਕ ਵਾਰੀ ਅਸੀਂ ਉਹਨੂੰ ਸੈੱਟ ਵਿੱਚ ਕੰਸੀਡਰ ਕਰ ਲਿਆ ਤਾਂ ਉਹਨੂੰ ਦੁਬਾਰਾ ਨਹੀਂ ਕਰਾਂਗੇ, ਠੀਕ ਹੈ। ਆਬਜੈਕਟਸ ਦਾ ਮਤਲਬ ਕੀ ਹੁੰਦਾ ਹੈ? ਜੋ ਵੀ ਤੁਹਾਡੇ ਸੈਟਸ ਦੇ ਅੰਦਰ ਚੀਜ਼ਾਂ ਪਈਆਂ ਨੇ ਉਹਨਾਂ ਚੀਜ਼ਾਂ ਨੂੰ ਅਸੀਂ ਆਬਜੈਕਟਸ ਕਹਿ ਦਿੰਦੇ ਹਾਂ, ਜਾਂ ਅਸੀਂ ਉਹਨੂੰ ਮੈਂਬਰਸ ਵੀ ਕਹਿ ਦਿੰਦੇ ਹਾਂ। ਸੈਟਸ ਦੇ ਮੈਂਬਰਸ ਨੇ ਉਹ, ਠੀਕ ਹੈ। ਜਾਂ ਅਸੀਂ ਉਹਨੂੰ ਐਲੀਮੈਂਟਸ ਵੀ ਕਹਿ ਦਿੰਦੇ ਹਾਂ, ਠੀਕ ਹੈ। ਹੁਣ ਇਹ ਸੀਗੀ ਸੈਟ ਦੀ ਡੈਫੀਨੇਸ਼ਨ। ਸਭ ਤੋਂ ਪਹਿਲਾਂ ਕੀਵਰਡ ਹੈਗਾ ਆਪਣਾ ਵੈਲ ਡਿਫਾਈਨਡ। ਵੈਲ ਡਿਫਾਈਨਡ ਦਾ ਮਤਲਬ ਸਮਝਦੇ ਹਾਂ। ਵੈਲ ਡਿਫਾਈਨਡ ਉਹ ਚੀਜ਼ ਹੁੰਦੀ ਹੈ ਜੋ ਇਨਸਾਨ ਦੀ ਥਾਟ ਮਤਲਬ ਸੋਚ ਦੇ ਅਕੋਰਡਿੰਗਲੀ ਬਦਲ ਦੇਣਾ, ਠੀਕ ਹੈ। ਜੇ ਮੈਂ ਤੁਹਾਡੇ ਤੋਂ ਪੁੱਛਾਂ ਤੁਹਾਡਾ ਫੇਮਸ ਇੰਡੀਅਨ ਕ੍ਰਿਕਟਰ ਪਲੇਅਰ ਕੌਣ ਹੈਗਾ, ਤੁਹਾਡੇ ਵਿੱਚ ਕੋਈ ਕਹਿਣਗੇ MS ਧੋਨੀ, ਕੋਈ ਸਾਨੂੰ ਕਹੇਗਾ ਵਿਰਾਟ ਕੋਹਲੀ। ਜੇ ਮੇਰੇ ਤੋਂ ਪੁੱਛਿਆ ਜਾਵੇ ਮੈਂ ਕਹਾਂਗਾ ਸਚਿਨ ਤੰਦੁਲਕਰ, ਠੀਕ ਹੈ। ਤਾਂ ਸਾਡੇ ਸਾਰਿਆਂ ਦੇ ਵਿਊਜ਼ ਅਲੱਗ-ਅਲੱਗ ਆ ਰਹੇ ਹੈ, ਠੀਕ ਹੈ। ਸਾਡੀ ਸਾਰਿਆਂ ਦੀ ਸੋਚ ਅਲੱਗ-ਅਲੱਗ ਸੀ, ਸਾਡੇ ਸਾਰਿਆਂ ਦੇ ਵਿਊਜ਼ ਅਲੱਗ-ਅਲੱਗ ਆ ਗਏ, ਠੀਕ ਹੈ। ਇਸ ਲਈ ਇਹਨੂੰ ਅਸੀਂ ਵੈਲ ਡਿਫਾਈਨਡ ਨਹੀਂ ਕਿਹਾ ਜਾ ਸਕਦਾ। ਹਾਂ, ਜੇ ਮੈਨੂੰ ਪੁੱਛਿਆ ਜਾਵੇ ਕਿ ਇੰਡੀਅਨ ਕ੍ਰਿਕਟ ਟੀਮ ਵਿੱਚ ਜਿਹੜੇ ਪਲੇਅਰਸ ਹੈਗੇ ਉਹਨਾਂ ਦਾ ਨਾਮ ਲਿਖਿਆ ਜਾਵੇ, ਮੇਰੇ ਤੋਂ ਪੁੱਛੋ ਜਾਂ ਕਿਸੇ ਹੋਰ ਤੋਂ ਪੁੱਛੋ ਜਾਂ ਕਿਸੇ ਹੋਰ ਦੇਸ਼ ਵਿੱਚ ਜਾ ਕੇ ਪੁੱਛੋ, ਤਾਂ ਉਹ ਜਿਹੜੇ 11 ਪਲੇਅਰਸ ਹੈਗੇ ਉਹ ਸੇਮ ਹੀ ਰਹਿਣ ਵਾਲੇ ਨੇ। ਕਿਸੇ ਵੀ ਇਨਸਾਨ ਮਤਲਬ ਇਰਰਿਸਪੈਕਟਿਵ ਆਫ ਦੀ ਪਰਸਨ, ਮਤਲਬ ਕੋਈ ਇਨਸਾਨ ਇਹ ਨਹੀਂ ਕਹਿ ਸਕਦਾ ਕਿ ਇਹ ਡਿਫਰੈਂਟ ਹੈਗੇ ਨੇ, ਉਹੀ 11 ਪਲੇਅਰਸ ਹੈਗੇ ਨੇ। ਹੈਲੋ ਸਟੂਡੈਂਟਸ, ਵੈਲਕਮ ਟੂ TV ਸਕੂਲ। ਬੱਚੇ, ਜੋ ਅੱਜ ਦਾ ਆਪਣਾ ਟੌਪਿਕ ਹੈ ਉਹ ਹੈ ਚੈਪਟਰ 2 ਰਿਲੇਸ਼ਨ ਐਂਡ ਫੰਕਸ਼ਨ ਆਫ +1 ਕਲਾਸ, ਠੀਕ ਹੈ। ਆਪਾਂ ਇਹਦੇ ਵਿੱਚ ਆਪਾਂ ਸੈਟਸ ਪੜ੍ਹਿਆ ਹੋਇਆ। ਪਹਿਲਾਂ ਚੈਪਟਰ 1 ਜਿਹੜਾ ਕਿ ਸੀ ਆਪਣਾ ਸੈੱਟ ਹੈਗਾ ਸੀ +1 ਦੇ ਵਿੱਚ। ਸੈਟਸ ਦੇ ਵਿੱਚ ਤੁਸੀਂ ਟਾਈਪ ਆਫ ਸੈਟਸ ਪੜ੍ਹੇ, ਇੰਟਰਸੈਕਸ਼ਨ, ਠੀਕ ਹੈ। ਉਹਨੂੰ ਹੀ ਆਪਾਂ ਸੈਟਸ ਇੱਕ ਤਰ੍ਹਾਂ ਦਾ ਜਿਹੜਾ ਰਿਲੇਸ਼ਨ ਫੰਕਸ਼ਨ ਉਹਦੇ ਵਿੱਚ ਸੈਟਸ ਹੀ ਬੇਸ ਲੈ ਕੇ ਚੱਲਣਾ ਆਪਾਂ, ਕਿ ਆਪਣੇ ਕੋਲ ਕੋਈ ਸੈੱਟ ਹੈਗੇ ਆ, ਸੈਟਸ ਦਾ ਕੀ ਰਿਲੇਸ਼ਨ ਹੋਊਗਾ, ਉਹਨਾਂ ਦੇ ਐਲੀਮੈਂਟਸ ਦਾ ਕੀ ਰਿਲੇਸ਼ਨ ਹੋਊਗਾ, ਉਹਨਾਂ ਤੋਂ ਆਪਾਂ ਕੀ ਬਣਾ ਸਕਦੇ ਹਾਂ, ਠੀਕ ਹੈ। ਉਹ ਇਹਦਾ ਸਾਰਾ ਇਹਦਾ ਬੇਸ ਚੱਲੇਗਾ ਸੈਟਸ ਦਾ। ਸੋ ਇਹਦੇ 'ਚ ਕੀ ਆਉਂਦਾ? ਸਭ ਤੋਂ ਪਹਿਲਾਂ ਆਪਣੇ ਕੋਲ ਆਏਗਾ ਆਰਡਰਡ ਸੈਟ, ਆਰਡਰਡ ਪੇਅਰ, ਠੀਕ ਹੈ। ਵਾਟ ਡੂ ਯੂ ਮੀਨ ਬਾਈ ਆਰਡਰਡ ਪੇਅਰ? ਆਰਡਰਡ ਪੇਅਰ ਮੀਨਸ ਕਿ ਤੁਹਾਡੇ ਕੋਲ ਕੋਈ 2 ਸੈੱਟ ਹੈਗੇ ਆ, ਉਹਨਾਂ ਨੂੰ ਆਪਾਂ ਨੇ ਆਰਡਰਡ ਪੇਅਰ ਦੇ ਵਿੱਚ ਲਿਖਣਾ। ਮਤਲਬ ਇੱਕ ਦੋਨਾਂ ਦਾ ਕੋਈ ਆਪਾਂ ਇਕੱਠੇ ਕਰਕੇ ਰੱਖ ਦੇਣਾ, ਉਹਨੂੰ ਕਹਿੰਦੇ ਆਪਾਂ ਆਰਡਰਡ ਪੇਅਰ। ਸੋ ਇਹਦੀ ਡੈਫੀਨੇਸ਼ਨ ਕੀ ਹੈ ਬੱਚੇ? ਆਰਡਰਡ ਪੇਅਰ ਮੀਨਸ for 2 non-empty set A and B। ਸਭ ਤੋਂ ਪਹਿਲੀ ਗੱਲ, ਤੁਹਾਡੇ ਕੋਲ ਨੋਨ ਐਮਪਟੀ ਸੈੱਟ ਹੋਣੇ ਚਾਹੀਦੇ ਆ। A and B ਆਰ ਦਾ 2 ਨੋਨ ਐਮਪਟੀ ਸੈੱਟ, ਠੀਕ ਹੈ। ਐਂਡ ਲੈਟ ਕੋਈ ਇੱਕ A ਐਲੀਮੈਂਟ ਆ ਜੋ A ਦਾ ਆ, ਐਂਡ B ਜਿਹੜਾ ਹੈਗਾ ਉਹ B ਦਾ ਹੈਗਾ। A ਐਲੀਮੈਂਟ ਆਪਾਂ A ਦਾ ਲਿੱਤਾ, ਮਤਲਬ ਉਹਦੀ ਫੈਮਿਲੀ ਚੋਂ ਆ। B ਜਿਹੜਾ ਹੈਗਾ B ਦੇ ਵਿੱਚੋਂ ਹੈਗਾ।
ठीक है। एंड देन ਜਿਹੜਾ A, B हो गया, ये की आऊगा डिनोट्स ऑर्डर्ड पेयर, ठीक है। ये अपन शो करूँगा ऑर्डर्ड पेयर। सो अपने को फॉर टू नॉन एम्प्टी सैट्स A एंड B, मतलब A एंड B कोई दो नॉन एम्प्टी सैट था। A आप स्मॉल a ਜਿਹੜਾ ਲਿੱਤਾ ਉਹ ਕੈਪੀਟਲ A ਦਾ ਐਲੀਮੈਂਟ ਲਿੱਤਾ, मतलब ਉਹਦੇ ਵਿੱਚੋਂ ਦੀ ਲਿਆ ਕਿ B ਜਿਹੜਾ ਹੈਗਾ ਕੈਪੀਟਲ B ਦਾ ਲਿੱਤਾ, ठीक है। ਤਾਂ ਜਿਹੜੇ ਸਾਡੇ ਕੋਲ A, B ਡਿਨੋਟਸ ਦਾ ਆਰਡਰ ਪੇਅਰ, ਸਭ ਤੋਂ ਪਹਿਲਾਂ ਤੁਹਾਨੂੰ ਆ ਸਮਝ ਆਣਾ ਚਾਹੀਦਾ, ਫਿਰ ਆਪਾਂ ਰਿਲੇਸ਼ਨ ਤੇ ਆਵਾਂਗੇ। ਕਿ ਬੱਚੇ ਤੁਸੀਂ ਸਾਰਿਆਂ ਨੇ 10th ਕਲਾਸ ਦੇ ਵਿੱਚ ਕੀ ਪੜਿਆ ਸੀ? ਤੁਸੀਂ ਟ੍ਰਿਗਨੋਮੈਟਰੀ ਬਾਰੇ ਤੁਸੀਂ ਸਭ ਨੇ ਪੜਿਆ ਹੋਇਆ, ਠੀਕ ਹੈ। ਉਹਦੇ ਵਿੱਚ ਇੱਕ ਚੈਪਟਰ ਮੀਨਸ ਟ੍ਰਿਗਨੋਮੈਟਰੀ ਚੈਪਟਰ ਦੇ ਵਿੱਚ ਤੁਸੀਂ ਫਾਰਮੂਲੇਸ ਪੜ੍ਹੇ ਸੀ ਉਹਦੇ, ਠੀਕ ਹੈ। ਐਂਡ ਤੁਸੀਂ ਉਹਨਾਂ ਬਾਰੇ ਫਾਰਮੂਲੇਸ ਡਰਾਈਵ ਕੀਤੇ ਸੀ, ਉਹਨਾਂ ਦਾ ਰਿਲੇਸ਼ਨਸ ਕੱਢੇ ਸੀ, ਟ੍ਰਿਗਨੋਮੈਟਰੀ ਆਇਡੈਂਟੀਟੀਜ਼ ਕੱਢੀਆਂ ਸੀ, ਠੀਕ ਹੈ। ਉਹਨਾਂ ਨੂੰ ਤੁਸੀਂ ਅਪਲਾਈ ਕਰਕੇ ਸੋਲਵ ਕੀਤੇ ਸੀ ਸਮ, ਲੈਫਟ ਹੈਂਡ ਸਾਈਡ ਰਾਈਟ ਹੈਂਡ ਸਾਈਡ ਵਾਲੇ ਸਮ, ਠੀਕ ਹੈ। ਐਂਡ ਅੱਜ ਉਹਨਾਂ ਨੂੰ ਹੀ ਆਪਾਂ ਯੂਜ਼ ਕਰਕੇ ਇਸ ਚੈਪਟਰ ਨੂੰ ਆਪਾਂ ਅੱਗੇ ਲੈ ਕੇ ਜਾਵਾਂਗੇ। ਉਹੀ ਚੈਪਟਰ ਦਾ ਬੇਸ ਲੈ ਕੇ ਆਪਾਂ ਟ੍ਰਿਗਨੋਮੈਟਰੀ ਫੰਕਸ਼ਨ ਨੂੰ ਕੰਟੀਨਿਊ ਕਰਾਂਗੇ। ਓਕੇ ਬੱਚੇ, ਸਭ ਤੋਂ ਪਹਿਲਾਂ ਆਪਾਂ ਜੋ 10th ਕਲਾਸ ਦੇ ਵਿੱਚ ਪੜ੍ਹਿਆ ਹੋਇਆ, ਠੀਕ ਹੈ। ਤੁਸੀਂ ਜੋ 10th ਕਲਾਸ 'ਚ ਪੜ੍ਹਿਆ, ਆਪਾਂ ਜੋ ਵੀ ਪੜ੍ਹਦੇ ਆ ਉਹ ਆਪਣੇ ਲਈ ਅੱਗੇ ਬੇਸ ਹੁੰਦਾ। ਤੇ ਜੇ ਆਪਾਂ ਹੁਣ 10th ਕਲਾਸ ਨੂੰ ਪਹਿਲਾਂ ਸਟੱਡੀ ਕਰਾਂਗੇ, ਫਿਰ ਆਪਾਂ +1 ਕਲਾਸ ਦੇ ਜੋ ਟੌਪਿਕ ਹੈਗੇ ਉਹਨੂੰ ਆਪਾਂ ਨੂੰ ਈਜ਼ੀਲੀ ਕਲੀਅਰ ਹੋ ਜਾਏਗਾ। ਜਿੱਦਾਂ ਆਪਾਂ 10th ਕਲਾਸ ਦੇ ਵਿੱਚ ਕੀ ਪੜ੍ਹਿਆ ਸੀ? ਟ੍ਰਿਗਨੋਮੈਟਰੀ ਰੇਸ਼ੋ। ਟ੍ਰਿਗਨੋਮੈਟਰੀ ਰੇਸ਼ੋ ਨੂੰ ਆਪਾਂ ਹੋਰ ਕੀ ਕਹਿੰਦੇ ਆ? ਹੁਣ ਆਪਾਂ ਕਹਿਣ ਲੱਗੇ ਟੀ ਰੇਸ਼ੋ, ਠੀਕ ਹੈ। ਟੀ ਰੇਸ਼ੋ ਦੇ ਵਿੱਚ ਕੀ ਹੁੰਦਾ? टी रेशो मीन्स ट्रिग्नोमेट्री, T फॉर ट्रिग्नोमेट्री, R मीन्स रेशो, ठीक है। हाँ जी बच्चों, अज मैं तुहाडे नाल 10+1 का एक टॉपिक शुरू करन लगा। चैप्टर है मैथमेटिकल इंडक्शन, ठीक है। आ 10+1 एक चैप्टर है प्रिंसीपल ऑफ मैथमेटिकल इंडक्शन, ठीक है। आ हुंदा की है, ये हिसाब नाल असीं क्वेश्चन किस तरह करने हैं अज दे लैक्चर तुहानूं आपां सारा समझावांगे। तुसीं पहला क्वेश्चन इहदा नोट करो, नाल तुहानूं आ चैप्टर का मीनिंग समझाने हैं, ठीक है बच्चों। तुसीं फर्स्ट क्वेश्चन नोट करो, प्रूव दैट 1 + 2 + 3 + so on n into n + 1/2 for all n belong to capital N। देखो बच्चों, आप प्रूव करना है 1 + 2 + 3 + so on n into n + 1/2 for all n belong to n। आ ਜਿਹੜਾ कैपिटल N है आ नैचुरल नंबर है। मीनस नैचुरल नंबर कितों शुरू होंगे? 1 तो 1 2 3 4 सो ऑन। कहने का मतलब कि तुसी आ वाला रिजल्ट प्रूव करना है तो बाय प्रिंसीपल ऑफ मैथमेटिकल इंडक्शन। वो हुंदी की है प्रिंसीपल ऑफ मैथमेटिकल इंडक्शन, तुसी पहला वो समझो, फिर आप क्वेश्चन प्रूव करांगे आ वाला, ठीक है। आ की हुंदी इंडक्शन? तुसी देखो एनी टर्म चक लो, मतलब आ एक टर्म चक्की, जे मैं एक टर्म चक्की तो आंसर 1 आया। जे मैं उधरों n की वैल्यू 1 भरा, देखो 1 × 1 + 1/2, ਇਹਦਾ आंसर भी 1 आएगा क्योंकि 2 ना 2 की हो गया, कैंसल हो गया। मतलब आ रिजल्ट n1 ਲਈ ट्रू हो गया। n1 ਤੋਂ क्यों स्टार्ट किया? क्योंकि n बिलोंग टू की है नैचुरल नंबर। नैचुरल नंबर कितों स्टार्ट होंगे? 1 ਤੋਂ। ਤਾਂ ਅਸੀਂ ਆ 1 ਲਈ ਰਿਜ਼ਲਟ ਪ੍ਰੂਵ ਕਰਤਾ। ਜੇ ਤੁਸੀਂ ਕਹੋਗੇ ਸਰ 2 ਲਈ ਕਰੋ, 2 ਲਈ मतलब ਜਦੋਂ मैं n2 ਲਊਂਗਾ ਤਾਂ ਲੈਫਟ ਸਾਈਡ ਦਾ ਆਨਸਰ ਕਿੰਨਾ ਆ ਗਿਆ? 3, क्योंकि 1 + 2 कितना ਹੁੰਦਾ? 3। देखो 1 + 2 आ कितना ਹੁੰਦਾ? 3। ਉਹਦੇ ਵਿੱਚ n ਨੂੰ 2 ਭਰੋ, 2 × 2 + 1/2, ਆ 2 ਨਾ 2 कैंसिल हो गया, ਇਹਦਾ ਵੀ आंसर 3 आ गया, ਇਹਦਾ ਵੀ 3 आ गया। मतलब आ n2 ਲਈ भी रिजल्ट ट्रू हो गया। इस तरह ही अगर मैं कਹਾਂ n3 ਲਈ करो, 1 + 2 + 3 आ लैफ्ट साइड का आंसर है, राइट साइड का की है 3 × 3 + 1/2। मतलब लैफ्ट साइड तो भी मैं 3 टर्म चुकियां तो राइट साइड तो भी मैं n की पुट किया 3 पुट किया। देखो इसका आंसर कितना आया? 3 2 5 ते 6, इसका आंसर 6 आया, ठीक है। इसका आंसर कितना आएगा? देखो 3 × 4/2 आ कैंसिल हो गया, इसका आंसर भी कितना आया? 6 आया। मतलब n3 ਲਈ भी रिजल्ट ट्रू अपना हो गया। हाँ जी बच्चों, ਅਸੀਂ मैथमेटिक्स का 10+1 ਦੇ ਚੈਪਟਰ ਕਰ ਰਹੇ ਹਾਂ ਤੇ ਆਪਾਂ ਹੁਣ ਕੰਪਲੈਕਸ ਨੰਬਰ ਚੈਪਟਰ ਸਟਾਰਟ ਕਰਨ ਲੱਗੇ ਹਾਂ। ਚੈਪਟਰ ਨੰਬਰ 5 ਆ 10+1 ਦਾ ਚੈਪਟਰ ਹੈ, ਠੀਕ ਹੈ ਬੱਚਿਓ। ਹੁਣ ਆਪਾਂ ਇਹਦੇ ਬਾਰੇ ਦੱਸਾਂਗੇ ਕਿ ਕੰਪਲੈਕਸ ਨੰਬਰ ਐਂਡ ਕੁਆਡਰੇਟਿਕ ਇਕੁਏਸ਼ਨਸ ਕੀ ਕਰਾਂਗੇ ਆਪਾਂ ਇੱਥੇ।
ਪਹਿਲਾਂ ਕੰਪਲੈਕਸ ਨੰਬਰ ਕੀ ਹੁੰਦੇ ਨੇ, ਇਹਦੀ ਲੋੜ ਆਪਾਂ ਨੂੰ ਕਿਉਂ ਪਈ, ਆਪਾਂ ਇਹਦੇ ਬਾਰੇ ਗੱਲ ਕਰਾਂਗੇ। ਠੀਕ ਹੈ ਬੱਚਿਓ, ਤੁਸੀਂ ਹੁਣ 10th ਕਲਾਸ ਤੱਕ ਕੁਆਡਰੇਟਿਕ ਇਕੁਏਸ਼ਨਸ ਨੂੰ ਸੋਲਵ ਕੀਤਾ ਹੋਇਆ ਹੈ। ਕੁਆਡਰੇਟਿਕ ਇਕੁਏਸ਼ਨਸ ਕੀ ਹੁੰਦੀ ਹੈ, ਜਿਹਦੇ x ਦੀ ਪਾਵਰ 2 ਹੋਏ। ਠੀਕ ਹੈ, ਜਿਵੇਂ ax² plus bx plus c = 0। ਠੀਕ ਹੈ ਬੱਚਿਓ, ਤੁਸੀਂ ਆ ਇਕੁਏਸ਼ਨ ਨੂੰ ਸੋਲਵ ਕਿੱਦਾਂ ਕੀਤਾ ਹੋਇਆ ਹੈ, ਜਾਂ ਇਹਦੇ ਫੈਕਟਰ ਬਣਦੇ ਹੁੰਦੇ ਸੀ ਜਾਂ ਇਹ 'ਚ ਇੱਕ ਫਾਰਮੂਲਾ ਲੱਗਦਾ ਸੀ ਡਿਸਕ੍ਰਿਮੀਨੈਂਟ ਵਾਲਾ। ਕਿੱਦਾਂ, ਜਿਵੇਂ x ਦਾ ਫਾਰਮੂਲਾ ਕੀ ਸੀ, -b plus -b² -4ac/2a। ਠੀਕ ਹੈ ਬੱਚਿਓ, ਆ ਫਾਰਮੂਲੇ ਦੀ ਹੈਲਪ ਨਾਲ ਤੁਸੀਂ ਆ ਇਕੁਏਸ਼ਨ ਦੇ ਰੂਟਸ ਨਿਕਾਲਦੇ ਸੀ। ਠੀਕ ਹੈ, ਤੇ ਜਿਹੜਾ b² -4ac ਆ ਕੀ ਸੀਗਾ, ਡਿਸਕ੍ਰਿਮੀਨੈਂਟ। ਠੀਕ ਹੈ, ਇਹਨੂੰ ਆਪਾਂ d ਕਹਿੰਦੇ ਸੀ। ਸਮਝ ਲੱਗ ਗਿਆ ਬੱਚਿਓ, ਤੁਹਾਨੂੰ ਸ਼ਾਇਦ ਯਾਦ ਹੋਏ ਸਾਰਾ ਕੁਝ, ਬਟ ਫਿਰ ਵੀ ਤੁਹਾਨੂੰ ਮੈਂ ਫਿਰ ਸਮਝਾ ਰਿਹਾ ਦੁਬਾਰਾ ਤੋਂ। ਠੀਕ ਹੈ, ਹੁਣ ਤੁਸੀਂ ਜਦੋਂ 10ਵੀਂ ਤੱਕ ਪੜ੍ਹਿਆ ਸੀ, 10ਵੀਂ ਤੱਕ ਕੀ ਪੜ੍ਹਿਆ ਸੀ ਤੁਸੀਂ, ਕਿ ਰੂਟ ਦੇ ਅੰਦਰ 0 ਆ ਸਕਦਾ ਸੀ, ਪੋਜ਼ਿਟਿਵ ਆ ਸਕਦਾ ਸੀ, ਬਟ ਕਦੀ ਨੈਗੇਟਿਵ ਨਹੀਂ ਆਇਆ। ਕਿਵੇਂ, ਦੇਖੋ ਤੁਸੀਂ √4 ਵੀ ਨਿਕਾਲਿਆ, √3, √2, √1, √0 is 0। ਠੀਕ ਹੈ, ਸਮਝ ਲੱਗ ਗਿਆ ਬੱਚਿਓ, ਬਟ ਤੁਸੀਂ ਕਦੀ ਆ ਨਹੀਂ ਸੁਣਿਆ √-4, √-3, √-2। ਇਹਦੇ ਬਾਰੇ ਆਪਾਂ ਕਦੀ ਗੱਲ ਨਹੀਂ ਕੀਤੀ। ਰੂਟ ਦੇ ਅੰਦਰ ਕਦੀ ਵੀ ਨੈਗੇਟਿਵ ਆ ਜਾਏ, ਉਹਦੇ ਬਾਰੇ ਆਪਾਂ ਗੱਲ ਨਹੀਂ ਕੀਤੀ, ਕਿਉਂਕਿ ਆ ਰੀਅਲ ਨੰਬਰ ਨਹੀਂ ਹੈ। ਠੀਕ ਹੈ ਬੱਚਿਓ, ਆ ਰੀਅਲ ਨੰਬਰ ਨਹੀਂ ਹੈ, ਤੇ ਇਸ ਕਰਕੇ ਆਪਾਂ 10ਵੀਂ ਤੱਕ ਰੀਅਲ ਲਾਈਨ ਬਾਰੇ ਗੱਲ ਕੀਤੀ ਸੀ, ਬਸ ਰੀਅਲ ਨੰਬਰਸ ਬਾਰੇ। ਠੀਕ ਹੈ, ਹੁਣ ਜਿਵੇਂ ਦੇਖੋ ਤੁਸੀਂ ਆਹ ਵਾਲੀ ਇਕੁਏਸ਼ਨ ਸੋਲਵ ਕਰ ਰਹੇ ਹੋ। ਠੀਕ ਹੈ, ਜੇ ਆਹ ਵਾਲੀ ਇਕੁਏਸ਼ਨ ਸੋਲਵ ਕਰ ਰਹੇ ਹੋ, ਰੂਟ ਦੇ ਅੰਦਰ ਨੈਗੇਟਿਵ ਕਦੋਂ ਆਏਗਾ ਦੱਸੋ, ਰੂਟ ਦੇ ਅੰਦਰ ਨੈਗੇਟਿਵ ਜਦੋਂ d ਕੀ ਹੋਏ <g। ਠੀਕ ਹੈ, d ਦੀ ਵੈਲਿਊ ਮਤਲਬ ਡਿਸਕ੍ਰਿਮੀਨੈਂਟ ਦੀ ਵੈਲਿਊ ਕੀ ਹੋਏ, <0। ਸਮਝ ਲੱਗ ਗਿਆ ਬੱਚਿਓ, <0 ਜਾਂ -4, -3, -2। ਠੀਕ ਹੈ, ਇਹਦੇ ਬਾਰੇ ਆਪਾਂ ਕਦੀ ਗੱਲ ਨਹੀਂ ਕੀਤੀ ਸੀ। ਹੁਣ ਆਪਾਂ ਕੀ ਸਮਝਾਉਣ ਲੱਗੇ ਹਾਂ, ਜਿਵੇਂ ਆਹ ਕੁਆਡਰੇਟਿਕ ਇਕੁਏਸ਼ਨ ਹੈ, ਇਹਨੂੰ ਮੈਂ ਸੋਲਵ ਕਰਨਾ ਤਾਂ x² = 4 ਆ ਗਿਆ। ਠੀਕ ਹੈ, x ਆ ਗਿਆ ±√4, x ਆ ਗਿਆ ±2। ਠੀਕ ਹੈ ਬੱਚਿਓ, ਹੁਣ ਇਹਦੇ ਦੋ ਰੂਟਸ ਕਿਉਂ ਆਏ, ਕਿਉਂਕਿ ਜਿੰਨੀ ਪਾਵਰ ਹੁੰਦੀ ਹੈ ਉਨੇ ਰੂਟਸ ਆਉਂਦੇ ਆ। ਦੂਸਰੀ ਗੱਲ ਕਿ ਆਹ ਵਾਲੀ ਇਕੁਏਸ਼ਨ ਨੂੰ ਦੋ ਨੰਬਰ ਰੀਅਲ ਨੰਬਰ ਸੈਟੀਸਫਾਈ ਕਰ ਰਹੇ ਹੈ, ਇੱਕ 2 ਕਰ ਰਿਹਾ, ਇੱਕ -2 ਵੀ ਕਰ ਰਿਹਾ। 2 ਦਾ ਸਕੁਅਰ ਕੀ ਹੁੰਦਾ ਹੈ, 4, ਤੇ -2 ਦਾ ਸਕੁਅਰ ਵੀ ਕੀ ਹੁੰਦਾ ਹੈ, 4, ਮਤਲਬ 4 - 4 0। ਸਮਝ ਲੱਗ ਗਿਆ ਬੱਚਿਓ, ਆਹ ਇਕੁਏਸ਼ਨ ਦੋ ਰੂਟ ਆਏ ਸੀ +-2। ਠੀਕ ਹੈ, ਜਦੋਂ ਮੈਂ x² -9 ਨੂੰ ਸੋਲਵ ਕਰਾਂ ਤਾਂ x² ਕੀ ਆ ਗਿਆ, = 9, x ਕੀ ਆ ਗਿਆ ±√-9, x ਆ ਗਿਆ +-3। ਤੁਸੀਂ ਆ ਵੀ ਪੜਿਆ ਹੋਇਆ 10ਵੀਂ ਤੱਕ। ਠੀਕ ਹੈ, ਆ ਵੀ ਆਪਣਾ ਸੋਲਵ ਹੋਣਾ ਸ਼ੁਰੂ ਹੋ ਗਿਆ ਸੀ, ਮੀਨਸ ਆ ਵੀ ਆਪਣਾ ਸੋਲਵ ਕਰ ਲਿਆ। ਜਦੋਂ ਆਪਾਂ ਇਹਦੇ ਬਾਰੇ ਗੱਲ ਕੀਤੀ ਪਲੱਸ ਬਾਰੇ, ਆਹ ਇਕੁਏਸ਼ਨ ਕੀ ਆ ਗਈ, x² = -1, ਤੇ x ਕੀ ਆ ਗਿਆ +-√-1। ਠੀਕ ਹੈ, ਇੱਥੇ ਆਪਾਂ ਕਦੀ ਪੜਿਆ ਨਹੀਂ, ਇੱਥੇ ਆ ਕੇ ਰੁਕ ਗਏ, ਆਪਾਂ ਕੋਲ ਅੱਗੇ ਇਕੁਏਸ਼ਨ ਸੋਲਵ ਹੀ ਨਹੀਂ ਹੋਈ। ਠੀਕ ਹੈ, ਫਿਰ ਆਪਾਂ ਕੋਈ ਹੋਰ ਇਕੁਏਸ਼ਨ ਚੱਕੀ, x² + 4 = 0, x² = -4, x = ±√-4। ਠੀਕ ਹੈ ਬੱਚਿਓ, ਇੱਥੇ ਆਏ ਫਿਰ ਰੂਟ ਅੰਦਰ ਮਾਈਨਸ ਆ ਗਿਆ, ਫਿਰ ਆਪਾਂ ਰੁਕ ਗਏ, ਇਹ ਕੀ ਕਰੀਏ ਅੱਗੇ, ਰੀਅਲ ਨੰਬਰ ਤਾਂ ਹੈ ਨਹੀਂ ਆ। ਫਿਰ ਇੱਕ ਨੰਬਰ ਇਮੇਜਿਨ ਕੀਤਾ ਗਿਆ। ਅੱਜ ਆਪਾਂ ਲੀਨੀਅਰ ਇਕੁਐਲਿਟੀ ਚੈਪਟਰ ਸ਼ੁਰੂ ਕਰਨ ਲੱਗੇ ਹਾਂ। ਇਹਦੇ ਬਾਰੇ ਆਪਾਂ ਦੱਸਾਂਗੇ ਲੀਨੀਅਰ ਇਕੁਐਲਿਟੀ ਕੀ ਹੈ, ਤੇ ਲੀਨੀਅਰ ਇਨਇਕੁਐਲਿਟੀ ਦਾ ਮਤਲਬ ਕੀ ਹੈ, ਲੀਨੀਅਰ ਦਾ ਮਤਲਬ ਕੀ ਹੈ, ਤੇ ਇਨਇਕੁਐਲਿਟੀ ਦਾ ਮਤਲਬ ਕੀ ਹੈ। ਠੀਕ ਹੈ ਬੱਚਿਓ, ਤੁਸੀਂ 10ਵੀਂ ਤੱਕ ਕਿੰਨਾ ਕੁਝ ਪੜ੍ਹ ਚੁੱਕੇ ਹੋ। ਲੀਨੀਅਰ ਕੀ ਹੁੰਦਾ, ਲੀਨੀਅਰ ਦਾ ਮਤਲਬ ਕੀ ਹੁੰਦਾ, ਦੇਖੋ ਜਿਵੇਂ x + 2 = 9। ਠੀਕ ਹੈ, x + 2 = 9 ਮੀਨਸ ਆ x = ਕੀ ਆ ਗਿਆ, 7। ਆ x ਦੀ ਪਾਵਰ ਕਿੰਨੀ ਹੈ, 1। ਇਹਨੂੰ ਆਪਾਂ ਲੀਨੀਅਰ ਬੋਲਦੇ ਹਾਂ। ਠੀਕ ਹੈ, ਤੇ ਆਪਣਾ ਚੈਪਟਰ ਦਾ ਨਾਮ ਕੀ ਹੈ, ਲੀਨੀਅਰ ਇਨਇਕੁਐਲਿਟੀ। ਆ ਕੀ ਸੀ ਆਪਣੀ ਇਕੁਐਲਿਟੀ, ਤੇ ਇਨਇਕੁਐਲਿਟੀ ਦਾ ਮਤਲਬ ਕੀ ਹੁੰਦਾ, ਲੈਸ ਦੈਨ, ਗ੍ਰੇਟਰ ਦੈਨ, ਲੈਸ ਦੈਨ ਇਕੁਅਲ ਟੂ, ਗ੍ਰੇਟਰ ਦੈਨ ਇਕੁਅਲ ਟੂ। ਇਹਨੂੰ ਆਪਾਂ ਇਨਇਕੁਐਲਿਟੀ ਬੋਲਦੇ ਹਾਂ। ਠੀਕ ਹੈ ਬੱਚਿਓ, ਹੁਣ ਜਿਵੇਂ ਕੁਐਸਚਨ ਇਦਾਂ ਆ ਗਿਆ, ਦੇਖੋ 3x < 2। ਆਹ ਵਾਲੀ ਜਿਹੜੀ ਇਕੁਏਸ਼ਨ ਹੈ, ਆ ਕਿਹੜੀ ਇਕੁਏਸ਼ਨ ਹੈ, ਇੱਕ ਤਾਂ ਲੀਨੀਅਰ ਹੈ, x ਵਿੱਚ ਪਾਵਰ 1 ਹੈ, ਇੱਕ ਇਹ 'ਚ ਇਨਇਕੁਐਲਿਟੀ ਹੈ, ਤਾਂ ਲੀਨੀਅਰ ਇਨਇਕੁਐਲਿਟੀ ਹੈ। ਸਮਝ ਲੱਗ ਗਿਆ, ਜਿਵੇਂ ਆਹ ਕੁਐਸਚਨ ਦੇਖੋ 3x + 2y < 9। ਠੀਕ ਹੈ,
ਤੇ ਆ ਕੀ ਹੈ, ਲੀਨੀਅਰ ਹੈ। ਲੀਨੀਅਰ ਇਨਇਕੁਐਲਿਟੀ ਇਨ 2 वेरिएबल है। आ लीनियर इक्वलिटी की है 1 वेरिएबल। समझ लग गया बच्चों? लीनियर मीन्स पावर 1 ते लैस दैन इक्वल टू विच आ गया, आ इनइक्वलिटी है। आ लीनियर इनइक्वलिटी बन गई 3x स्क्वायर प्लस 2x प्लस 9 या लैस दैन इक्वल टू 9। ठीक है, आ इनइक्वलिटी है बट आ लीनियर नहीं है, आ क्वाड्रेटिक है। तुहानूं पता कि x की पावर कितनी आ गई, 2 आ गई। समझ लग गया बच्चों? तो आ चीज़ लीनियर इनइक्वलिटी का मतलब की है, एक तो x की पावर 1 होएगी, ये लीनियर वर्ड होएगा, दूजे इनइक्वलिटीज़ होनिया। ठीक है, तो आप हुण इस क्वेश्चन को सॉल्व करना है। इक्वैलिटी को आपां नूं सॉल्व करना आंदा है, आप 10वीं तक सीखिया होया। जिवें x + 2 = 9 है तो x कितना आ गया, 7 आ गया। मीनस आ x = 7 आंसर आ गया। इक्वैलिटी एक पर्टिकुलर आंसर आंदा है। ठीक है, हुण इनइक्वैलिटी बारे जो असीं पढ़ना है, सानूं 2 चीज़ां होर पढ़नियां पैणियां इहदे विच कि नैचुरल नंबर की हुंदे। देखो नैचुरल नंबर की होंगे है, तुसीं पहलां भी पढ़े हुए हैं, 1 तो स्टार्ट होंगे है, 1 2 3 4 सो ऑन। ठीक है, होल नंबर की होंगे है 0 1 2 3 4 सो ऑन। ठीक है, इंटीजर्स की होंगे है -3 -2 -1 0 1 2 3 सो ऑन। नोट कर लो, नैचुरल नंबर, होल नंबर, इंटीजर। आ तुसी सारा सैट्स के चैप्टर्स पहला +1 च पढ़िया होना। ठीक है, बट आ 10th में तुहानूं पढ़िया होना। ठीक है, तो ये तुहानूं मैं फिर रिपीट कराया कि नैचुरल नंबर की होंगे, आप हल्का जिहा दस दिंदे कि होल नंबर की होंगे तो इंटीजर की होंगे। ठीक है, समझ लग गई बच्चों? तो ये एक ओपन ब्रैकेट क्लोज्ड ब्रैकेट, ये बारे भी तुहानूं सारा पता करना पैना। ये बारे जिवें 1 to 5 है, आ 1 to 5 है। ठीक है, आ ओपन इंटरवल है, इनू बोलते हैं आप क्लोज्ड इंटरवल। ओपन इंटरवल का मतलब की है कि 1 and 5 आर नॉट इनकलूडिड, विच वाले सारे इनकलूड है। मतलब 1 ते 5 तुसी नहीं लेने, विच वाले सारे लेने। ਇਹਦਾ मतलब की है कि 1 ते 5 भी लेने हैं, विच वाले भी सारे लेने। समझ लग गया बच्चों? ये बारे तो सैट सारा पढ़िया होना है। ठीक है, रियल लाइन की होंगी है, नंबर लाइन -∞ इनफिनिटी 0 1 2 3 -1 -2। ठीक है, आ रियल लाइन है। देखो ये 0 1 2 जे मैं आ पॉइंट बारे गल करा, ठीक है, आ की चीज़ होगी 0 1 2 3। आ 4 पॉइंट हो गए, 4 पॉइंट का एक सैट हो गया। कि मैं इनू इदा लिख सकदा या इदा लिख सकदा? तुसी सैट नू इंटरवल की फॉर्म च नहीं लिख सकते, क्योंकि आ इंटरवल है। इंटरवल का मतलब होंदा है 0 तो लैके 3 तक सारे, बट 0 3 नहीं लेने। तो विच वाले किहड़े आंदे देखो, 0.1 0.2 0.3 इस सारे आ गए। ठीक है, तो क्लोज इंटरवल का मतलब की है 0 तो लैके 3 तक सारे, तो 0 3 भी लेने, तो विच वाले भी सारे लेने। मीनस 0.1 0.2 0.3 1.1 सारे विच आ रहे हैं। जिन्ने भी नंबर है वो सारे रियल नंबर ये आ रहे हैं, जे आप रियल लाइन की गल कर रहे हैं तो। ठीक है, हुण 0 to 3 दे विच समझ लग गया कि 0 3 नहीं लेना, बाकी सारे लेने, बाकी सारे रियल नंबर लेने। आ एक सैट है, ये 0 1 2 3 है, विच वाले नहीं है, मतलब पॉइंट वाले नहीं है। तो 0 1 2 3 एक सैट है, आ इंटरवल है, आ भी इंटरवल है। हुण समझ लग गया बच्चों? आ चैप्टर शुरू करन तो पहला सानू ये बारे सारा पता होना चाहिए कि नैचुरल नंबर की है, होल नंबर की है, इंटीजर्स की ने, इंटरवल्स का मतलब की है। आनू बोलते हैं ओपन इंटरवल, इनू बोलते हैं क्लोज्ड इंटरवल, इनू बोलते हैं सैट। ठीक है बच्चों, लग गई समझ कि ओपन इंटरवल का मतलब की है 1 and 5 नहीं लेने, बाकी विच वाले सारे लेने रियल नंबर। इसका मतलब की है 1 and 5 भी लेने हैं, विच वाले सारे रियल नंबर भी लेने। समझ लग गया बच्चों? कोई डाउट तो नहीं इत्थे तक? हुण आपां लीनियर इनइक्वैलिटी दे चैप्टर शुरू करन लगे हैं। उहदे विच तुसीं आ चीज़ां चंगी तरह नोट कर लो, आ सारियां चीज़ां विच आपां नूं यूज़ होणगियां। ठीक है बच्चों, चलो करो अगला क्वेश्चन। आज साडा टॉपिक है परमुटेशन एंड कॉम्बीनेशन। परमुटेशन एंड कॉम्बीनेशन नूं समझण तो पहला असीं कुछ सीन्स डिस्कस करांगे। ठीक है, अपनी डेली लाइफ दी फंडामेंटल प्रिंसीपल ऑफ काउंटिंग। सब तो पहली चीज़ आ जाती है फंडामेंटल प्रिंसीपल ऑफ काउंटिंग विच 2 चीज़ आ जाती है, और रूल ऑफ एंड। पंजाबी विच और नूं की कहंदे असीं, या ठीक है, एंड नूं की कहंदे असीं
ठीक है। लॉजिकल चैप्टर है, ये ਤੁਹਾਨੂੰ ਬਹੁਤ ਇਨਵੋਲਵਮੈਂਟ ਚਾਹੀਦੀ, ਤੁਹਾਡੇ ਲੌਜਿਕਸ ਦੀ ਬਹੁਤ ਜ਼ਿਆਦਾ ਇਨਵੋਲਵਮੈਂਟ ਚਾਹੀਦੀ ਹੈ, ਤੁਹਾਨੂੰ ਸੀਨ ਨੂੰ ਬਹੁਤ ਵਧੀਆ ਤਰੀਕੇ ਨਾਲ ਸਮਝਣਾ ਪਏਗਾ। ਠੀਕ ਹੈ। ਰੂਲ ਆਫ ਔਰ ਦਾ ਮਤਲਬ ਜਾਂ। ਠੀਕ ਹੈ। ਅਸੀਂ ਇੱਕ ਸੀਨ ਦੇਖਦੇ ਹੈਗੇ, ਜਿਵੇਂ ਤੁਹਾਡਾ ਕਿਸੇ ਦਾ ਬਰਥਡੇ ਹੈਗਾ। ਠੀਕ ਹੈ। ਤੁਹਾਨੂੰ ਘਰਦਿਆਂ ਨੇ 1 ਘੰਟਾ ਦਿੱਤਾ ਹੈਗਾ, 1 ਘੰਟੇ ਵਿੱਚ ਤੁਸੀਂ ਕੁਝ ਵੀ ਕਰ ਸਕਦੇ ਹੋ। ਠੀਕ ਹੈ। ਫਿਰ ਤੁਹਾਡੇ ਕੋਲ ਕੁਝ ਪਲਾਨ ਸੀਗੇ, 1 ਘੰਟੇ ਵਿੱਚ ਤੁਸੀਂ ਸੋਚਿਆ ਸੀ ਜਾਂ ਤਾਂ ਸ਼ਾਪਿੰਗ ਕਰਾਂਗੇ, ਮਤਲਬ ਤੁਸੀਂ ਸੋਚਿਆ ਹੋਇਆ ਸੀ ਸ਼ਾਪਿੰਗ ਕਰਾਂਗੇ, ਕੀ ਕਹਿੰਦੇ ਆ, ਖਾਣਾ ਪੀਣਾ ਹੋਏਗਾ ਸਾਡਾ, ਜਾਂ ਫਿਰ ਕੁਛ ਪਲੇ ਵੇਖਣ ਚਲਾ ਜਾਵਾਂਗੇ, ਜਾਂ ਗੇਮਸ ਦੇਖਾਂਗੇ, ਜਾਂ ਗੇਮਸ ਖੇਲਾਂਗੇ। ਠੀਕ ਹੈ। ਪਰ ਹੋਇਆ ਕਿ 1 ਘੰਟੇ ਦੇ ਵਜ੍ਹਾ ਨਾਲ ਸਾਡੇ ਕੋਲ ਟਾਈਮ ਲਿਮਿਟ ਆ ਗਈ, ਹੁਣ ਇਸ ਤੋਂ ਬਾਅਦ ਅਸੀਂ ਨਹੀਂ ਡਿਵੋਟ ਕਰ ਸਕਦੇਗੇ। ਠੀਕ ਹੈ। ਤਾਂ ਅਸੀਂ ਕੀ ਕੀਤਾ, ਅਸੀਂ ਜਾਂ ਫਿਰ ਸ਼ਾਪਿੰਗ ਕਰਨ ਜਾ ਰਹੇ ਹਾਂ, ਜਾਂ ਫਿਰ ਅਸੀਂ ਗੇਮਸ ਖੇਲਾਂਗੇ, ਜਾਂ ਫਿਰ ਅਸੀਂ ਖਾਣਾ ਖਾਣ ਜਾਵਾਂਗੇ। ਮਤਲਬ ਹੁਣ ਕੀ ਗੱਲ ਆ ਗਈ, ਜਾਂ। ਠੀਕ ਹੈ। ਉਹ ਕੀ ਚੀਜ਼ ਹੈਗੀ ਹੈ, ਔਰ, ਰੂਲ ਆਫ ਔਰ। ਠੀਕ ਹੈ। ਦੂਸਰਾ ਇੱਕ ਸਿਚੁਏਸ਼ਨ ਹੈਗੀ ਹੈ, ਪੂਰਾ ਦਿਨ ਹੀ ਦੇਤਾ ਹੈਗਾ, ਤੁਸੀਂ ਜੋ ਮਰਜ਼ੀ ਕਰੋ, ਫਿਰ ਤੁਸੀਂ ਜੋ ਪਲਾਨ ਬਣਾਏ ਤੁਸੀਂ ਸਾਰੇ ਇੰਪਲੀਮੈਂਟ ਕਰ ਸਕਦੇ ਹੋ। ਤੁਸੀਂ ਸ਼ਾਪਿੰਗ ਵੀ ਜਾਓਗੇ ਅਤੇ ਗੇਮਸ ਵੀ ਖੇਲੋਗੇ ਅਤੇ ਖਾਣਾ ਪੀਣਾ ਵੀ ਖਾਓਗੇ, ਜਾਂ ਮੂਵੀ ਦੇਖਣੀ ਉਹ ਵੀ ਕਰੋਗੇ, ਮਤਲਬ ਜੋ ਵੀ ਚੀਜ਼ਾਂ ਸਾਰੀ ਕਰ ਰਹੇ ਹੋ ਤੁਸੀਂ ਐਟ ਅ ਟਾਈਮ। ਇਹੀ ਕੁਛ ਸਾਡਾ ਰੂਲ ਆਫ ਐਂਡ ਅਤੇ ਰੂਲ ਆਫ ਔਰ ਹੈ। ਠੀਕ ਹੈ। ਹਾਂਜੀ ਬੱਚਿਓ, ਅੱਜ ਅਸੀਂ ਸ਼ੁਰੂ ਕਰਨ ਲੱਗੇ ਹਾਂ 10+1 ਦਾ ਚੈਪਟਰ ਬਾਈਨੋਮੀਅਲ ਥਿਊਰਮ। ਠੀਕ ਹੈ। ਆ ਮੈਥਮੈਟਿਕਸ ਦਾ 10+1 ਦਾ ਚੈਪਟਰ ਹੈ ਬਾਈਨੋਮੀਅਲ ਥਿਊਰਮ। ਤੁਹਾਨੂੰ ਇਹਦੇ ਬਾਰੇ ਦੱਸਾਂਗੇ ਬਾਈਨੋਮੀਅਲ ਥਿਊਰਮ ਕੀ ਹੈ ਅਤੇ ਆ ਕਿਸ ਚੀਜ਼ ਲਈ ਲੋੜ ਪੈਂਦੀ ਹੈ, ਤੁਹਾਨੂੰ ਇਹਦੇ ਬਾਰੇ ਸਾਰਾ ਸਮਝਾਵਾਂਗੇ ਹੁਣ। ਠੀਕ ਹੈ। ਦੇਖੋ, ਬਾਈ ਮੀਨਸ 2 ਚੀਜ਼ ਨੂੰ ਅਸੀਂ ਐਕਸਪੈਂਡ ਕਰਨਾ। ਕਿੱਦਾਂ ਦੇਖੋ, ਜਿਵੇਂ x plus y ਇਹਦੀ ਰੇਜ਼ ਟੂ ਪਾਵਰ ਸਕੇਅਰ ਹੋਏ, ਤੁਹਾਨੂੰ ਉਹ ਫਾਰਮੂਲਾ ਪਤਾ ਹੈ, x² + y² + 2xy। ਠੀਕ ਹੈ ਬੱਚਿਓ, a + b ਦਾ ਹੋਲ ਸਕੇਅਰ ਦਾ ਫਾਰਮੂਲਾ ਲੱਗੇਗਾ। ਪਰ ਜੇ ਅਸੀਂ x + y ਦਾ ਹੋਲ ਕਿਊਬ ਖੋਲੀਏ, ਤੁਹਾਨੂੰ ਉਹਦਾ ਫਾਰਮੂਲਾ ਵੀ ਪਤਾ ਹੈ। ਪਰ ਜੇ x + y ਦਾ ਪਾਵਰ 7 ਆ ਜੇ, ਪਾਵਰ 8 ਆ ਜੇ, ਤੁਹਾਨੂੰ ਇਹਦੇ ਬਾਰੇ ਔਖਾ ਲੱਗਦਾ, ਤੁਹਾਨੂੰ ਇਹਨੂੰ ਐਕਸਪੈਂਡ ਕਰਨਾ ਬਹੁਤ ਮੁਸ਼ਕਿਲ ਹੋਏਗਾ। ਅਤੇ ਪਾਵਰ ਜੇ ਜ਼ਿਆਦਾ ਆ ਜੇ, ਜਾਂ 2 3 4 5 6, ਤਾਂ ਉਹਦੇ ਲਈ ਅਸੀਂ ਬਾਈਨੋਮੀਅਲ ਥਿਊਰਮ ਦੀ ਯੂਜ਼ ਨਾਲ ਅਸੀਂ ਐਕਸਪੈਂਸ਼ਨ ਕਰਾਂਗੇ। ਠੀਕ ਹੈ ਬੱਚਿਓ। ਅਤੇ ਆਹ ਐਕਸਪੈਂਸ਼ਨ ਕਰਨ ਲਈ ਸਾਨੂੰ ਕਿਹਦੀ ਲੋੜ ਹੈ, ਸਾਨੂੰ 2 ਟਰਮ ਦੀ ਲੋੜ ਹੈ। ਉਹ ਨਾ ਪਿਛਲਾ ਚੈਪਟਰ ਪਰਮੂਟੇਸ਼ਨ ਕੰਬੀਨੇਸ਼ਨ ਉਹ ਤੁਸੀਂ ਪੜ੍ਹਿਆ, ਅਤੇ ਉਹਦੇ ਵਿੱਚ ਸਾਰਾ ਕੁਝ ਯੂਜ਼ ਹੁੰਦਾ। ਠੀਕ ਹੈ। ਅਤੇ ਉਹ ਜਿਨ੍ਹਾਂ ਨੇ ਨਹੀਂ ਪੜ੍ਹਿਆ ਉਹਨਾਂ ਵਾਸਤੇ ਮੈਂ ਉਹਨਾਂ ਨੂੰ ਦੁਬਾਰਾ ਸਮਝਾਉਣ ਲੱਗਾ ਕਿ ਫੈਕਟੋਰੀਅਲ ਕੀ ਹੁੰਦਾ ਅਤੇ ਕੰਬੀਨੇਸ਼ਨ ਕੀ ਹੁੰਦਾ। ਠੀਕ ਹੈ ਬੱਚਿਓ। ਅਤੇ ਪਹਿਲਾਂ ਕੀ ਹੈ, ਫੈਕਟੋਰੀਅਲ। ਠੀਕ ਹੈ। ਫੈਕਟੋਰੀਅਲ ਕੀ ਹੁੰਦਾ, ਦੇਖੋ, ਜਿਵੇਂ 0 ਫੈਕਟੋਰੀਅਲ ਆ ਹੁੰਦਾ 1। ਠੀਕ ਹੈ ਬੱਚਿਓ। ਜੇ 1 ਫੈਕਟੋਰੀਅਲ ਆ ਹੁੰਦਾ 1, ਆ ਬੇਸ ਨੇ ਦੋਨੋਂ। ਜੇ ਮੈਂ 2 ਫੈਕਟੋਰੀਅਲ ਨਿਕਾਲਾਂ, 2 ਫੈਕਟੋਰੀਅਲ ਆ ਹੁੰਦਾ 2 × 1 2। ਫੈਕਟੋਰੀਅਲ ਦਾ ਸਾਈਨ ਕੀ ਹੁੰਦਾ ਹੈ, ਤੁਸੀਂ ਇਹਨੂੰ ਇਦਾਂ ਵੀ ਲਿਖ ਸਕਦੇ ਹੋ ਜਾਂ ਇਦਾਂ ਲਿਖ ਦਿਓ, ਇੱਕੋ ਗੱਲ ਹੈ। ਐਲ ਪਾ ਲਓ ਜਾਂ ਉਹ ਵਾਲਾ ਸਾਈਨ ਪਾ ਲਓ। ਠੀਕ ਹੈ। ਜੇ ਮੈਂ ਕਹਾਂ 4 ਫੈਕਟੋਰੀਅਲ, 4 ਫੈਕਟੋਰੀਅਲ ਕੀ ਹੁੰਦਾ ਹੈ, ਅਸੀਂ 4 ਤੋਂ ਸਟਾਰਟ ਕਰਾਂਗੇ, 4 × 3 × 2 × 1। ਠੀਕ ਹੈ। ਇਹਨੂੰ ਮਲਟੀਪਲਾਈ ਕਰੋ, 3 2 6, 6 4 24, ਆ 24 ਆ ਗਿਆ। ਜੇ ਮੈਂ ਕਹਾਂ 3 ਫੈਕਟੋਰੀਅਲ ਨਿਕਾਲੋ, 3 ਫੈਕਟੋਰੀਅਲ, ਤੇ ਉਹ ਕੀ ਹੋਏਗਾ, 3 × 2 × 1 6। ਠੀਕ ਹੈ ਬੱਚਿਓ, ਲੱਗੀ ਸਮਝ। ਜਿਹੜਾ ਫੈਕਟੋਰੀਅਲ ਪੁੱਛੂੰਗਾ ਤੁਸੀਂ ਉੱਥੋਂ ਸ਼ੁਰੂ ਕਰਨਾ ਹੈ ਅਤੇ 1 ਤੱਕ ਜਾਣਾ ਹੈ। ਜੇ ਮੈਂ ਕਹਾਂ 10 ਫੈਕਟੋਰੀਅਲ, ਹੁਣ ਆਪਾਂ 10 ਫੈਕਟੋਰੀਅਲ ਕਿੱਦਾਂ ਕਰਾਂਗੇ, ਦੇਖੋ, 10 × 9 × 8 7 6 5 4 3 2 1। 10 ਫੈਕਟੋਰੀਅਲ ਕੀ ਹੈ, 10 9 8 7 ਤੋਂ ਲੈ ਕੇ 1 ਤੱਕ। 10 ਨੂੰ ਆਪਾਂ ਸ਼ੁਰੂ ਕੀਤਾ ਅਤੇ 1 ਤੱਕ ਲੈ ਕੇ ਗਏ। ਹੁਣ ਇਹਦਾ ਇੱਕ ਹੋਰ ਤਰੀਕਾ ਵੀ ਹੈ ਲਿਖਣ ਦਾ, ਦੇਖੋ, ਜੇ ਮੈਨੂੰ ਇੱਦਾਂ ਲਿਖਣਾ ਹੈ 10 × 9 ਫੈਕਟੋਰੀਅਲ, ਇਹਨੂੰ ਮੈਂ ਇੱਦਾਂ ਵੀ ਲਿਖ ਸਕਦਾ, ਕਿਉਂਕਿ ਜਦੋਂ ਮੈਂ 9 ਫੈਕਟੋਰੀਅਲ ਨੂੰ ਓਪਨ ਕਰੂੰਗਾ ਕੀ ਹੋਏਗਾ, ਉਹ 9 × 8 × 7 × 1 ਤੱਕ। ਠੀਕ ਹੈ ਬੱਚਿਓ। ਤੁਸੀਂ ਉਹਨੂੰ ਇੱਦਾਂ ਵੀ ਲਿਖ ਸਕਦੇ ਹੋ, 10 × 9 × 8 × 7 ਫੈਕਟੋਰੀਅਲ। ਮੀਨ ਜੇ ਤੁਸੀਂ ਕਿਤੇ ਵਿੱਚ ਬ੍ਰੇਕ ਲਗਾਣੀ ਹੈ ਤਾਂ ਉੱਥੇ ਕਿਹੜਾ ਸਾਈਨ ਪਾ ਦਿਓ, ਫੈਕਟੋਰੀਅਲ ਦਾ, ਕਿਉਂਕਿ 7 ਫੈਕਟੋਰੀਅਲ ਕੀ ਹੁੰਦਾ ਅੱਗੇ, 7 6 5 4, ਉਹ ਫਿਰ 1 ਤੱਕ ਚਲੇ ਜਾਏਗਾ। ਲੱਗੀ ਸਮਝ ਬੱਚਿਓ। ਇਸ ਤਰ੍ਹਾਂ ਅਸੀਂ ਫੈਕਟੋਰੀਅਲ ਨਿਕਾਲਨੇ ਸਿੱਖੇ। Hello students, welcome to TV School.
मैं कविता ਤੁਹਾਡੀ मैथ्स टीचर +1 क्लास ਦੇ ਵਿੱਚ ਸਾਡਾ ਅਗਲਾ ਟੌਪਿਕ ਹੈ सीक्वेंसेस एंड सीरीज़। सीक्वेंस एंड सीरीज़ ਦਾ ਕੁਝ ਪਾਰਟ ਅਸੀਂ 10th ਕਲਾਸ ਦੇ ਵਿੱਚ ਵੀ ਪੜਿਆ ਹੈ। 10th ਕਲਾਸ ਦੇ ਵਿੱਚ ਅਸੀਂ ਪੜਿਆ ਸੀ AP ਅਰਿਥਮੈਟਿਕ ਪ੍ਰੋਗਰੈਸ਼ਨ। ਹੁਣ ਇਹਦੇ ਬਾਰੇ ਹੋਰ ਪੜਨਾ ਹੈ, ਅਰਿਥਮੈਟਿਕ ਪ੍ਰੋਗਰੈਸ਼ਨ ਬਾਰੇ ਇਸ ਚੈਪਟਰ ਦੇ ਵਿੱਚ। ਤੇ ਅਸੀਂ ਨਾਲ ਪੜਨਾ ਹੈ ਜਿਓਮੈਟ੍ਰਿਕ ਪ੍ਰੋਗਰੈਸ਼ਨ ਐਂਡ something about harmonic progression and some special series, ਇਹ ਸਾਰਾ ਕੁਝ ਅਸੀਂ ਪੜਨਾ ਹੈ ਇਸ ਚੈਪਟਰ ਦੇ ਵਿੱਚ। ਸਟਾਰਟ ਕਰਨ ਤੋਂ ਪਹਿਲਾਂ ਆ ਜਿਹੜਾ ਅਸੀਂ P ਲਿਖਿਆ ਹੈ, P stands for progression, series and sequence। ਤਿੰਨਾਂ ਦਾ ਮਤਲਬ ਦੇਖਦੇ ਹਾਂ, ਤਿੰਨਾਂ ਦਾ ਮਤਲਬ ਕੀ ਹੈ। what is sequence ਕੀ ਹੈ? सीक्वेंस ਦਾ ਮੈਥਸ ਦੇ ਵਿੱਚ ਉਹੀ ਮਤਲਬ ਹੈ ਜੋ ਇਸ ਵਰਡ ਦਾ ਇੰਗਲਿਸ਼ ਦੇ ਵਿੱਚ ਮਤਲਬ ਹੈ। ਸੀਕੁਐਂਸ ਅਸੀਂ ਜਦੋਂ ਇੰਗਲਿਸ਼ 'ਚ ਵਰਡ ਯੂਜ਼ ਕਰਦੇ ਹਾਂ ਸੀਕੁਐਂਸ ਵਾਈਜ਼, ਤਾਂ ਉਹਦਾ ਇੱਕ ਕਲੀਅਰ ਮਤਲਬ ਹੈ ਕਿ ਸੈਟ ਆਰਡਰਡ ਹੈ। ਇੱਕ ਸੈਟ ਆਰਡਰ ਦੇ ਵਿੱਚ ਜੋ ਚੀਜ਼ ਹੋ ਰਹੀ ਹੈ ਜਾਂ ਜੋ ਚੀਜ਼ ਅਸੀਂ ਲਿਸਟ ਕੀਤੀ ਉਹ ਸੀਕੁਐਂਸ ਹੈ। ਸੇਮ ਇਜ਼ ਇਨ ਮੈਥਮੈਟਿਕਸ। ਫੋਰ ਐਗਜ਼ਾਮਪਲ ਜੇ ਮੈਂ ਕਹਿ ਦੇਵਾਂ ਕਿ 5 ਗਰਲਸ ਦੇ ਨਾਮ ਬੋਲਦਾ, that is Sita, Geeta, Rinky, Pinky and last ले लो। तो मैं कह दूँ अगर इन्हों का एक फिक्स ऑर्डर दे दा कि अपनी क्लास दे विचों ये लड़की फर्स्ट है, ये सेकंड है, ये थर्ड है, ये फोर्थ है, ये फिफ्थ है किसी एग्जाम दे विचों, तो एक सेट सीक्वेंस हो गई, सेट ऑर्डर हो गया कि इस ऑर्डर दे विच ए लड़की फर्स्ट आई है, ए सेकंड आई है, ए थर्ड, ओ फोर्थ, ओ फिफ्थ, तो एक ये एक सीक्वेंस। ਹੈਲੋ ਸਟੂਡੈਂਟਸ, ਅੱਜ ਮੈਂ ਤੁਹਾਡੇ ਅੱਗੇ ਲੈ ਕੇ ਆਇਆ ਨਵਾਂ ਟੌਪਿਕ ਜਿਹਦਾ ਨਾਮ ਹੈ ਸਟ੍ਰੇਟ ਲਾਈਨਸ। ਸਟ੍ਰੇਟ ਲਾਈਨਸ ਕਰਨ ਤੋਂ ਪਹਿਲਾਂ ਸਾਨੂੰ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਹੈਗਾ। ਸਾਨੂੰ ਕੁਝ ਚੀਜ਼ਾਂ ਆਉਣੀ ਚਾਹੀਦੀਆਂ ਕਾਰਟੀਸ਼ੀਅਨ ਕੋਆਰਡੀਨੇਟ ਸਿਸਟਮ ਦੀਆਂ। ਤਾਂ ਅਸੀਂ ਕੁਝ ਟਰਮਸ ਕਰਾਂਗੇ ਜੋ ਕਾਰਟੀਸ਼ੀਅਨ ਕੋਆਰਡੀਨੇਟ ਸਿਸਟਮ ਦਾ ਨਾਲ ਰਿਲੇਟਡ ਹੈਗਾ। ਠੀਕ, ਤਾਂ ਸਭ ਤੋਂ ਪਹਿਲੀ ਚੀਜ਼ ਹੈਗੀ ਹੈ ਕਾਰਟੀਸ਼ੀਅਨ ਕੋਆਰਡੀਨੇਟ ਕੀ ਹੁੰਦੇ ਨੇ। ਤੁਹਾਡੇ ਕੋਲ ਇਸ ਤਰੀਕੇ ਨਾਲ XY ਪਲੇਨ ਹੈ, ਇਹ ਤੁਸੀਂ ਦੇਖਿਆ ਹੋਵੇਗਾ XY ਪਲੇਨ। ਠੀਕ ਹੈ, ਇਹਨੂੰ ਅਸੀਂ ਕਹਿੰਦੇ X ਐਕਸਿਸ, ਇਸ ਨੂੰ ਅਸੀਂ ਕਹਿੰਦੇ Y ਐਕਸਿਸ। ਹੁਣ ਕੋਈ ਵੀ ਅਸੀਂ ਪੁਆਇੰਟ ਪਲਾਟ ਕਰਦੇ ਹਾਂ ਇਹਨਾਂ ਚਾਰਾਂ ਬਕਸਿਆਂ ਵਿੱਚ। ਠੀਕ ਹੈ, ਇਹ ਇੱਕ ਬਕਸੇ ਨੂੰ ਕੀ ਕਹਿੰਦੇ ਅਸੀਂ ਕੁਆਡਰੈਂਟ ਕਹਿੰਦੇ ਹੈਗੇ। ਠੀਕ ਹੈ, ਕੀ ਬੋਲਦੇ ਅਸੀਂ ਕੁਆਡਰੈਂਟ। ਤੇ ਕਿੰਨੇ ਕੁਆਡਰੈਂਟਸ ਹੈ ਸਾਡੇ ਕੋਲ? ਸਾਡੇ ਕੋਲ 4 ਕੁਆਡਰੈਂਟਸ ਹੈ, 4 ਕੁਆਡਰੈਂਟ ਹੈ। ਪਹਿਲਾ ਕੁਆਡਰੈਂਟ ਹੈ, ਦੂਸਰਾ ਕੁਆਡਰੈਂਟ ਹੈ, ਤੀਸਰਾ ਇਹ ਵਾਲਾ ਤੇ ਚੌਥਾ ਕੁਆਡਰੈਂਟ ਇਹ ਹੈ। ਤੁਸੀਂ ਇਸ ਤਰੀਕੇ ਨਾਲ ਨਹੀਂ ਕਰ ਸਕਦੇ ਪਹਿਲਾਂ ਇਹਨੂੰ ਦੇਤਾ, ਦੂਜਾ ਇਹਨੂੰ ਦੇਤਾ, ਤੀਜਾ ਚੌਥਾ, ਇੱਦਾਂ ਨਹੀਂ ਕਰ ਸਕਦੇ। ਜਿਹੜੀ ਇਹਦੀ ਨੇਮਿੰਗ ਹੈਗੇ ਇਸੇ ਤਰੀਕੇ ਨਾਲ ਚੱਲੇਗੀ। ਇਹ ਫਸਟ ਕੁਆਡਰੈਂਟ ਹੈ, ਸੈਕੰਡ, ਥਰਡ, ਫੋਰਥ। ਫਿਰ ਉਸ ਤੋਂ ਬਾਅਦ ਆਹ ਜਿਹੜਾ ਪੁਆਇੰਟ ਹੈ ਜਿੱਥੇ ਦੋਨੋਂ ਐਕਸਿਸ ਮੀਟ ਕਰਦੇ ਆ ਇਹਨੂੰ ਅਸੀਂ ਕਹਿੰਦੇ ਹਾਂ ਓਰੀਜਨ। ਇਹਨੂੰ ਅਸੀਂ ਕਹਿੰਦੇ ਓਰੀਜਨ। ਤੇ ਓਰੀਜਨ ਦੇ ਜਿਹੜੇ ਕੋਆਰਡੀਨੇਟਸ ਹੁੰਦੇ ਆ 0,0 ਹੁੰਦੇ ਆ। ਠੀਕ ਹੈ, ਇਹ ਅਸੀਂ ਛੋਟੀ ਕਲਾਸਿਸ ਵਿੱਚ ਕੀਤਾ ਹੋਇਆ। ਹਾਂ, ਜਦ ਵੀ ਅਸੀਂ ਕੋਈ ਵੀ ਪੁਆਇੰਟ ਪਲਾਟ ਕਰਦੇ ਹਾਂ, ਜਿਵੇਂ ਆਹ ਵਾਲਾ ਮੈਂ ਪੁਆਇੰਟ ਪਲਾਟ ਕੀਤਾ, ਇਹ ਜਿਹੜਾ ਪੁਆਇੰਟ ਹੈਗਾ ਇਹਦੇ ਕੋਆਰਡੀਨੇਟਸ ਸਪੋਜ਼ ਕਰੋ, ਮਤਲਬ ਇਸ ਤਰੀਕੇ ਨਾਲ ਹੈਗਾ। ਸਪੋਜ਼ ਕਰੋ ਇੱਥੇ 1 ਸੀਗਾ, ਇੱਥੇ 2, ਇੱਧਰ ਹੈਗਾ 1 2 3। ਹੁਣ ਇਹਨੂੰ ਅਸੀਂ ਇਹ ਜਿਹੜਾ ਪੁਆਇੰਟ ਹੈਗਾ ਇਹਦੇ ਕੋਆਰਡੀਨੇਟਸ ਅਸੀਂ ਡਿਸਾਈਡ ਕਰਨੇ ਕੀ ਨੇ, ਕਿਵੇਂ ਲਿਖਾਂਗੇ। ਪਹਿਲਾਂ x ਐਕਸਿਸ ਦੇ ਅਲੋਂਗ ਦੇਖਾਂਗੇ ਕਿੰਨੇ ਸਟੈਪਸ ਗਏ 1 2। ਠੀਕ ਹੈ, x ਐਕਸਿਸ ਦੇ ਅਲੋਂਗ ਕੀ ਹੈਗਾ 2, ਤਾਂ ਇੱਥੇ ਲਿਖਾਂਗੇ ਅਸੀਂ 2 ਕੌਮਾ, फिर y एक्सिस दे 1 2 3, ये लिखेंगे 3। पहले x एक्सिस दे अलोंग जाने फिर y एक्सिस। इत्थे जेड़ा तुहाडे कोल कोऑर्डिनेट आया 2,3, ਜਿਹੜੀ ਪਹਿਲਾ x एक्सिस ਦੇ ਅਲੋਂਗ ਜਾ ਰਹੇ ਗਏ ਇਹਨੂੰ ਅਸੀਂ ਕਹਿੰਦੇ ਐਬਸੀਸਾ। ਤਾਂ ਜਿਹੜਾ y ਕੋਆਰਡੀਨੇਟਸ ਜਿਹੜੇ ਹੁੰਦੇ ਨੇ ਉਹਨੂੰ ਅਸੀਂ ਕਹਿੰਦੇ ऑर्डिनेट।
ਸਰ ਕੱਟ ਕਰੀਏ। ਜਿਹੜਾ ਐਕਸ ਐਕਸਿਸ ਦੇ ਅਲੋਂਗ ਹੈਗਾ ਉਸ ਨੂੰ ਅਸੀਂ ਕੀ ਕਹਿੰਦੇ ਹਾਂ ਐਬਸੀਸਾ, ਜਿਹੜੇ ਵਾਈ ਐਕਸਿਸ ਦੇ ਅਲੋਂਗ ਹੈ ਉਸ ਨੂੰ ਅਸੀਂ ਕੀ ਕਹਿੰਦੇ ਹਾਂ ਆਰਡੀਨੇਟ। ਠੀਕ, ਪਹਿਲਾਂ ਹਮੇਸ਼ਾ ਐਕਸ ਐਕਸਿਸ ਦੇ ਅਲੋਂਗ ਹੀ ਹੋਏਗਾ। ਜੇ ਸਪੋਜ਼ ਕਰੋ ਤੁਹਾਡੇ ਕੋਲ ਆ ਗਿਆ ਕੋਈ ਪੁਆਇੰਟ -1,3, ਤਾਂ ਪਹਿਲਾਂ -1 ਅਲੋਂਗ ਐਕਸ ਐਕਸਿਸ, -1 ਅਲੋਂਗ ਐਕਸ ਐਕਸਿਸ ਹੋ ਗਏ, ਇੱਧਰਲੀ ਸਾਈਡ ਸਾਡੇ ਮਾਈਨਸ ਵਾਲੇ ਚੱਲ ਰਹੇ ਹੈ। 3 ਪੋਜ਼ਿਟਿਵ ਹੈ ਤਾਂ ਉੱਪਰ ਨੂੰ ਜਾਵਾਂਗੇ ਅਸੀਂ, ਤਾਂ ਇੱਥੇ ਜੇ ਆ ਜਾਏਗਾ ਤੁਹਾਡੇ ਕੋਲ 3, ਇਹ ਤੁਹਾਡਾ ਪੁਆਇੰਟ ਜਿਹੜਾ ਹੋਏਗਾ -1,3। ਇੱਥੇ ਐਬਸੀਸਾ ਕੀ ਹੈ ਤੁਹਾਡੇ ਕੋਲ -1, ਇੱਥੇ ਆਰਡੀਨੇਟ ਕੀ ਹੈ 3। ਇਸੇ ਤਰੀਕੇ ਨਾਲ ਤੁਹਾਡੇ ਕੋਲ ਕੁਝ ਪੁਆਇੰਟਸ ਇੱਧਰ ਆਣਗੇ, ਆ ਜਿਹੜਾ ਪੁਆਇੰਟ ਹੋਏਗਾ ਇਹ ਦੋਨੋਂ ਨੈਗੇਟਿਵ 'ਚ ਹੋਣਗੇ। ਠੀਕ, ਸਪੋਜ਼ ਕਰੋ ਇੱਥੇ ਕੋਈ ਪੁਆਇੰਟ ਅਸੀਂ ਪਲਾਟ ਕਰ ਲਿਆ ਹੈ 1 2 -2 and this is again -1 -2 -3, so it will be ਤੁਹਾਡਾ ਕੀ ਹੋਏਗਾ -2, -3। ਇਸ 'ਚ ਦੇਖੋ ਤੁਹਾਡਾ ਐਬਸੀਸਾ ਤੇ ਆਰਡੀਨੇਟ ਦੋਨੋਂ ਨੈਗੇਟਿਵ ਹੈ। ਠੀਕ, ਫੋਰਥ ਕੁਆਡਰੈਂਟ 'ਚ ਕੀ ਹੋਏਗਾ, ਇੱਥੇ ਮੈਂ ਲੈ ਲੈਣਾ 3, ਇਹ ਹੈਗਾ ਤੁਹਾਡਾ 4। ਆ ਜਿਹੜਾ ਪੁਆਇੰਟ ਹੋਏਗਾ ਤੁਹਾਡੇ ਕੋਲ ਇਹ ਕੀ ਬਣੇਗਾ, ਪਹਿਲਾਂ ਐਕਸ ਐਕਸਿਸ ਦੇ ਅਲੋਂਗ ਦੇਖੋ ਕਿੰਨਾ ਹੈਗਾ 4, -2। ਬਸ ਇਹ ਚੀਜ਼ ਦੇਖੋ, ਇਸ ਕੁਆਡਰੈਂਟ ਵਿੱਚ ਦੋਨੋਂ ਤੁਹਾਡੇ ਐਬਸੀਸਾ ਤੇ ਆਰਡੀਨੇਟ ਦੋਨੋਂ ਪੋਜ਼ਿਟਿਵ ਹੈ। ਇੱਥੇ ਤੁਹਾਡਾ ਐਬਸੀਸਾ ਨੈਗੇਟਿਵ ਹੈ, ਆਰਡੀਨੇਟ ਪੋਜ਼ਿਟਿਵ ਹੈ, ਇੱਥੇ ਦੋਨੋਂ ਨੈਗੇਟਿਵ ਹੈ। ਇੱਥੇ ਐਬਸੀਸਾ ਤੁਹਾਡਾ ਪੋਜ਼ਿਟਿਵ ਹੈ ਤੇ ਆਰਡੀਨੇਟ ਨੈਗੇਟਿਵ ਹੈ। ਇਹ ਚੀਜ਼ ਸੀ, ਇਹ ਪਹਿਲੀ ਚੀਜ਼ ਸੀਗੀ ਜੋ ਸਾਨੂੰ ਪਤਾ ਹੋਣੀ ਚਾਹੀਦੀ ਹੈ। ਹੁਣ ਕੁਆਡਰੈਂਟਸ ਕੀ ਹੁੰਦੇ ਨੇ ਇਹ ਵੀ ਤੁਹਾਨੂੰ ਪਤਾ ਲੱਗ ਗਿਆ। ਇਸ ਤੋਂ ਬਾਅਦ ਸਾਨੂੰ 2 ਕੋਆਰਡੀਨੇਟਸ ਦਿੱਤੇ ਹੋਣ, ਜਿਵੇਂ 2 ਪੁਆਇੰਟਸ ਦਿੱਤੇ ਹੋਣ, ਉਹਨਾਂ ਦੇ ਵਿੱਚ ਡਿਸਟੈਂਸ ਲੱਭਣਾ ਹੋਵੇ, ਉਹ ਕਿਵੇਂ ਲੱਭਣਾ। ਹੈਲੋ ਸਟੂਡੈਂਟਸ, ਅੱਜ ਸਾਡਾ ਟੌਪਿਕ ਹੈ, ਨਵਾਂ ਟੌਪਿਕ ਅਸੀਂ ਸ਼ੁਰੂ ਕਰ ਰਹੇ ਹਾਂ, ਹੈਗਾ ਕੋਨਿਕ ਸੈਕਸ਼ਨਸ। ਕੋਨਿਕ ਸੈਕਸ਼ਨਸ ਕੀ ਹੁੰਦਾ ਹੈ, ਕਿਵੇਂ ਅਸੀਂ ਉਸ ਦੇ ਨਾਲ ਇਹ ਟੌਪਿਕ ਦੇ ਅੱਗੇ ਵੱਧ ਸਕਦੇ ਹੈਗੇ ਆ, ਇਸ ਟੌਪਿਕ ਵਿੱਚ ਕੀ ਚੀਜ਼ ਹੈਗੀ, ਐਲੀਮੈਂਟਸ ਹੈਗੇ ਆ। ਠੀਕ ਹੈ, ਉਹ ਅੱਜ ਅਸੀਂ ਡਿਸਕਸ ਕਰਾਂਗੇ। ਪਰ ਤੁਸੀਂ ਕਦੇ ਆਪਣੇ ਘਰ 'ਚ ਦੇਖਿਆ ਹੋਏਗਾ, ਬਹੁਤ ਸਾਰੀ ਚੀਜ਼ਾਂ ਸ਼ੇਪਸ ਦੇਖਦੇ ਹੋ ਤੁਸੀਂ, ਬਹੁਤ ਸਾਰੀ ਸ਼ੇਪਸ ਉਹਦੇ ਵਿੱਚ ਕੁਝ ਸਰਕੂਲਰ ਹੁੰਦੀਆਂ, ਕੁਝ ਐਲਿਪਟੀਕਲ ਹੁੰਦੀਆਂ ਨੇ, ਹੈ ਨਾ, ਤਾਂ ਕੁਝ ਸਕੁਅਰ ਹੁੰਦਾ, ਕੁਝ ਸ਼ੇਪਸ ਹੁੰਦੀਆਂ ਨੇ। ਠੀਕ ਹੈ, ਕਦੇ ਅਬਜ਼ਰਵ ਕਰਨਾ, ਤੁਹਾਡੇ ਕੋਲ ਇੱਕ ਗਾਜਰ ਹੈ, ਗਾਜਰ ਦੀ ਜਿਹੜੀ ਸ਼ੇਪ ਹੁੰਦੀ ਹੈ ਕੁਝ ਕੋਨਿਕਲ ਟਾਈਪ ਜਿਹੀ ਹੁੰਦੀ ਹੈ ਉੱਪਰੋਂ। ਠੀਕ ਹੈ, ਜਦ ਤੁਸੀਂ ਉਹਨੂੰ ਤਿਰਛਾ ਕੱਟਦੇ ਹੋ, ਜੇ ਗਾਜਰ ਨੂੰ ਤੁਸੀਂ ਤਿਰਛਾ ਕੱਟੋਗੇ ਤਾਂ ਟਰਾਈ ਕਰਕੇ ਦੇਖਣਾ ਅੱਜ ਘਰ ਜਾ ਕੇ, ਤੇ ਘਰੇ ਹੀ ਤੁਸੀਂ ਜਿਵੇਂ ਤਾਂ ਘਰੇ ਟਰਾਈ ਕਰਨਾ, ਗਾਜਰ ਜੇ ਹੋਏਗੀ ਤਾਂ ਤਿਰਛਾ ਕੱਟੋਗੇ, ਉਹਦੀ ਜਿਹੜੀ ਸ਼ੇਪ ਬਣਦੀ ਹੈ ਉਹ ਕੀ ਬਣੇਗੀ। ਜੇ ਤੁਸੀਂ ਗਾਜਰ ਨੂੰ ਲਿਟਾ ਕੇ ਬਿਲਕੁਲ ਸਿੱਧਾ ਕੱਟਦੇ ਹੋ, ਠੀਕ ਹੈ, ਤਾਂ ਉਹਦੀ ਸ਼ੇਪ ਕੀ ਬਣੇਗੀ। ਤਾਂ ਜਿਹੜੇ ਕ੍ਰੋਸ ਸੈਕਸ਼ਨ ਜਿਹੜਾ ਹੈਗਾ, ਮਤਲਬ ਉੱਤੇ ਜਿਹੜੀ ਸ਼ੇਪ ਬਣ ਰਹੀ ਹੈ ਗਾਜਰ ਦੀ, ਠੀਕ ਹੈ ਨਾ, ਉਹ ਅਲੱਗ-ਅਲੱਗ ਸ਼ੇਪਸ ਜਿਹੜੀ ਬਣ ਰਹੀ ਹੈ, ਉਹੀ ਕੁਝ ਅਸੀਂ ਇਸ ਟੌਪਿਕ ਵਿੱਚ ਡਿਸਕਸ ਕਰਾਂਗੇ। ਪਰ ਨਾ ਗਾਜਰ ਨਹੀਂ ਲੈ ਕੇ ਆਪਾਂ ਕੋਨ ਲੈ ਕੇ ਚੱਲਾਂਗੇ, ਕੋਨ ਨੂੰ ਕੱਟਣ ਵਾਲਾ ਕੰਮ। ਕੋਨ ਤੁਸੀਂ ਇੱਕ ਇਮੇਜਿਨ ਕਰੋ, ਤੁਸੀਂ ਕੋਨ ਬਣਾਇਆ, ਇੱਕ ਪਹਾੜੀ ਜੀ ਬਣਾਈ ਹੈ ਕਲੇ ਦੀ, ਠੀਕ ਹੈ, ਉਹਨੂੰ ਤੁਸੀਂ ਕੱਟ ਰਹੇ ਹੋ, ਉਸ 'ਤੇ ਕੀ ਕ੍ਰੋਸ ਸੈਕਸ਼ਨਸ ਬਣਨਗੇ ਅੱਜ ਅਸੀਂ ਡਿਸਕਸ ਕਰਾਂਗੇ। ਪਹਿਲੀ ਗੱਲ, ਇਹ ਜਿਹੜਾ ਕੋਨ ਬਣੇਗਾ ਕਿੱਦਾਂ, ਸਿਰਫ 2 ਲਾਈਨਸ ਨੂੰ ਲੈ ਕੇ ਬਣੇਗਾ, ਕਿੱਦਾਂ ਅਸੀਂ ਹੁਣੇ ਡਿਸਕਸ ਕਰਾਂਗੇ। +1 ਕਲਾਸ ਦੇ ਵਿੱਚ ਮੈਥਸ ਦੇ ਵਿੱਚ ਅੱਜ ਅਸੀਂ ਪੜ੍ਹਨਾ ਹੈ ਇੰਟਰੋਡਕਸ਼ਨ ਟੂ 3 ਡਾਇਮੈਂਸ਼ਨਲ ਜਿਓਮੈਟਰੀ। 3 ਡਾਇਮੈਂਸ਼ਨਲ 10th ਕਲਾਸ ਦੇ ਵਿੱਚ ਅਸੀਂ 2 ਡਾਇਮੈਂਸ਼ਨਲ ਪੜ੍ਹਿਆ ਸੀ। 2 ਡਾਇਮੈਂਸ਼ਨ ਮਤਲਬ 2 ਹੀ ਡਾਇਮੈਂਸ਼ਨ ਸੀਗੀਆਂ, ਇੱਕ ਸੀ ਲੈਂਥ, ਇੱਕ ਸੀ ਬ੍ਰੈਥ, ਔਰ ਅਸੀਂ ਇਹ ਵਾਲਾ ਪੜ੍ਹਿਆ ਸੀ x ਐਕਸਿਸ ਐਂਡ y ਐਕਸਿਸ। ਸਾਨੂੰ ਪਤਾ ਹੈ ਇੱਧਰ ਵਾਲੀ ਸਾਈਡ x ਪੋਜ਼ਿਟਿਵ ਸੀ, ਇੱਧਰ x ਨੈਗੇਟਿਵ ਸੀ, ਇੱਧਰ y ਪੋਜ਼ਿਟਿਵ ਔਰ ਇੱਧਰ y ਨੈਗੇਟਿਵ। 2 ਹੀ ਐਕਸਿਸ ਸੀਗੀਆਂ, x ਐਕਸਿਸ ਐਂਡ y ਐਕਸਿਸ। ਇਹ 10th ਕਲਾਸ ਤੇ 9th ਕਲਾਸ 'ਚ ਪੜ੍ਹਿਆ ਸੀ। +1 'ਚ ਅਸੀਂ 3 ਡਾਇਮੈਂਸ਼ਨਲ ਪੜ੍ਹਨਾ ਹੈ, ਮਤਲਬ ਇੱਕ ਡਾਇਮੈਂਸ਼ਨ, ਇੱਕ ਐਕਸਿਸ ਵੱਧ ਜਾਏਗੀ, ਇੱਕ ਸਾਡੇ ਕੋਲ x ਐਕਸਿਸ, ਇੱਕ y, ਇੱਕ z। 10th ਕਲਾਸ ਦੇ ਵਿੱਚ ਵੀ ਦੋਵੇਂ ਐਕਸਿਸ ਆਪਸ ਦੇ ਵਿੱਚ ਪਰਪੈਂਡੀਕੂਲਰ ਸੀਗੀਆਂ, ਮਤਲਬ ਦੋਵਾਂ ਦੇ ਵਿੱਚ ਐਂਗਲ 90 ਡਿਗਰੀ ਸੀ। ਹੁਣ ਵੀ x ਐਕਸਿਸ, y ਐਕਸਿਸ ਐਂਡ z ਐਕਸਿਸ ਹੈ, 3 ਐਕਸਿਸ ਨੇ, ਤਿੰਨਾਂ ਦੇ ਵਿੱਚ ਐਂਗਲ ਕਿਆ ਹੈ 90। x ਔਰ y ਦੇ ਵਿੱਚ ਐਂਗਲ 90, y ਔਰ z ਦੇ ਵਿੱਚ ਐਂਗਲ 90। 3 ਡਾਇਮੈਂਸ਼ਨਲ ਨੂੰ ਵਿਜ਼ੂਅਲਾਈਜ਼ ਕਰਨਾ ਬੋਰਡ ਦੇ ਉੱਤੇ ਥੋੜਾ ਔਖਾ ਹੈ, ਅਸੀਂ ਪ੍ਰੈਕਟੀਕਲੀ ਕਰਕੇ ਦੇਖਦੇ ਹਾਂ। ਦੇਖੋ 10th ਕਲਾਸ ਦੇ ਵਿੱਚ ਅਸੀਂ ਇੰਨਾ ਪੜ੍ਹਿਆ ਸੀ, 2 ਡਾਇਮੈਂਸ਼ਨ ਸੀ, ਇੱਕ x ਐਕਸਿਸ, ਇੱਕ y ਐਕਸਿਸ,
ਔਰ ਇਹਨਾਂ ਦੋਵਾਂ ਨੂੰ ਮਿਲਾ ਕੇ ਸਾਡੇ ਕੋਲ ਇੱਕੋ ਹੀ ਪਲੇਨ ਮਿਲਦਾ ਸੀ, that was xy ਪਲੇਨ। ਦੋ ਐਕਸਿਸ ਸੀਗੀਆਂ ਔਰ ਦੋਵਾਂ ਨੂੰ ਮਿਲਾ ਕੇ ਇੱਕੋ ਹੀ ਪਲੇਨ ਮਿਲਿਆ xy ਪਲੇਨ। ਅਸੀਂ ਇਹਦੇ ਤੇ ਕੋਈ ਫਿਗਰ 2 ਡਾਈਮੈਂਸ਼ਨਲ ਦਾ ਡਰਾ ਕਰ ਸਕਦੇ ਸੀ ਪਰ 3 ਡਾਈਮੈਂਸ਼ਨਲ ਨਹੀਂ। ਜਿਵੇਂ ਇਹਦੇ ਵਿੱਚ ਰੈਕਟੈਂਗਲ ਬਣ ਸਕਦਾ ਹੈ, ਟ੍ਰਾਇੰਗਲ ਬਣ ਸਕਦਾ ਹੈ, ਸਰਕਲ ਬਣ ਸਕਦਾ ਹੈ। ਪਰ ਅਗਰ ਮੈਂ ਕਿਊਬॉइड ਦੀ ਗੱਲ ਕਰਾਂ, ਕਿਊਬॉइड ਦੇ ਵਿੱਚ 3 ਚੀਜ਼ਾਂ ਹੁੰਦੀਆਂ, ਲੈਂਥ, ਬ੍ਰੈਥ, ਹਾਈਟ, ਉਹ ਇਹਦੇ ਵਿੱਚ ਪੋਸੀਬਲ ਨਹੀਂ ਹੈ। ਨਾ ਹੀ ਇਹਦੇ ਵਿੱਚ ਕਿਊਬ ਪੋਸੀਬਲ ਹੈ, ਨਾ ਹੀ ਸਿਲੰਡਰ। ਜਦੋਂ 3 ਡਾਈਮੈਂਸ਼ਨਲ ਆ ਗਿਆ ਤਾਂ ਉਹ ਚੀਜ਼ ਪੋਸੀਬਲ ਨਹੀਂ ਹੈ। ਇਹਦੇ ਲਈ ਸਾਨੂੰ 3 ਐਕਸਿਸ ਚਾਹੀਦੀਆਂ ਨੇ। ਚਲੋ ਅਸੀਂ ਲੈ ਕੇ ਚੱਲਦੇ ਹਾਂ। ਇਹ ਵਾਲੀ ਅਸੀਂ ਆਪਣੀ ਐਕਸਿਸ ਲੈ ਲਈ x ਐਕਸਿਸ, ਇਹ ਵਾਲੀ ਲੈ ਲੈਂਦੇ ਆ y ਐਕਸਿਸ ਔਰ ਇਹ ਥਰਡ ਸਾਡੇ ਕੋਲ ਹੈ ਸਾਡੀ z ਐਕਸਿਸ। ਦੇਖੋ this is our x एक्सिस, ਇਹ वाली जो है x एक्सिस है। ਤਿੰਨਾਂ ਦਾ ਜੋ ਮੀਟਿੰਗ ਪੁਆਇੰਟ ਹੈ ਉਹ origin ਹੈ। this is our x एक्सिस, origin ਤੋਂ ਇੱਧਰ x एक्सिस ਪੋਜ਼ਿਟਿਵ, ਪਿੱਛੇ ਕੀ ਹੋਏਗੀ ਨੈਗੇਟਿਵ। ਇੱਧਰ ਇਹ y एक्सिस पॉजिटिव, ਇੱਧਰ ਕੀ ਹੈ ਨੈਗੇਟਿव। ऊपर z एक्सिस पॉजिटिव और नीचे z एक्सिस नेगेटिव। ਤੁਸੀਂ ਇੱਥੇ ਵੀ ਦੇਖ ਸਕਦੇ ਹੋ, ਇੱਧਰ x पॉजिटिव है, ਪਿੱਛੇ ਵੀ ਜਾਏਗੀ origin ਤੋਂ ਤਾਂ ਇੱਧਰ x एक्सिस नेगेटिव हो जाएगी। y ਇੱਧਰ पॉजिटिव है, origin ਤੋਂ ਪਿੱਛੇ ਜਾ ਕੇ ਇਹ नेगेटिव y एक्सिस। ਐਸੇ ਤਰ੍ਹਾਂ z एक्सिस ਜਦੋਂ origin ਤੋਂ ਥੱਲੇ ਆਏ this is negative z एक्सिस। सो डायरेक्शंस क्लियर होनी चाहिए। ਜਦੋਂ ਇਹ ਤਿੰਨ म्यूचुअली परपेंडिकुलर एक्सिस आ गया, देखो z एक्सिस और x एक्सिस, ਇਹਨਾਂ ਦੇ ਵਿੱਚ एंगल 90 है। x एक्सिस और y एक्सिस ਇਹਦੇ ਵਿੱਚ ਵੀ एंगल क्या है 90। ਤਿੰਨਾਂ ਦੇ ਵਿੱਚ ਆਪਸ ਦੇ ਵਿੱਚ एंगल 90 डिग्री है। ਹਾਂਜੀ ਬੱਚਿਓ, ਅਸੀਂ ਮੈਥਮੈਟਿਕਸ ਦਾ 10+1 ਦਾ ਇੱਕ ਚੈਪਟਰ ਕਰ ਰਹੇ ਸੀ, ਲਿਮਿਟਸ ਐਂਡ ਡੈਰੀਵੇਟਿਵ। ਠੀਕ ਹੈ, ਅਸੀਂ ਆਪਾਂ ਲਿਮਿਟ ਦੇ ਸਾਰੇ ਲੈਕਚਰ ਆਪਾਂ ਲਾਤੇ ਸੀ। ਠੀਕ ਹੈ, ਲਿਮਿਟ ਆਪਾਂ ਕਰ ਲਿਆ ਸੀ। ਅੱਜ ਆਪਾਂ ਡੈਰੀਵੇਟਿਵ ਸਟਾਰਟ ਕਰਨਾ ਹੈ। ਠੀਕ ਹੈ, ਡੈਰੀਵੇਟਿਵ ਕੀ ਹੁੰਦਾ ਹੈ ਅੱਜ ਤੁਹਾਨੂੰ ਆਪਾਂ ਉਹਦੇ ਬਾਰੇ ਦੱਸਾਂਗੇ ਕਿ ਡੈਰੀਵੇਟਿਵ ਹੈ ਕੀ ਚੀਜ਼। ਠੀਕ ਹੈ, ਅੱਜ ਡੈਰੀਵੇਟਿਵ ਦਾ ਆਪਾਂ ਪਹਿਲਾ ਲੈਕਚਰ ਲਾਉਣ ਲੱਗੇ ਹਾਂ। ਠੀਕ ਹੈ ਬੱਚਿਓ, ਤੇ ਡੈਰੀਵੇਟਿਵ ਕੀ ਹੁੰਦਾ ਹੈ ਕਿ ਕੋਈ ਚੀਜ਼ ਕਿੰਨੀ ਤੇਜ਼ੀ ਨਾਲ ਚੇਂਜ ਹੋ ਰਹੀ ਹੈ। ਕੋਈ ਚੀਜ਼ ਕਿੰਨੀ ਤੇਜ਼ੀ ਨਾਲ ਕੀ ਹੋ ਰਹੀ ਹੈ, ਚੇਂਜ ਹੋ ਰਹੀ ਹੈ। ਡੈਰੀਵੇਟਿਵ ਸਭ ਤੋਂ ਪਹਿਲਾਂ ਆਪਾਂ ਕੀ ਪੜ੍ਹਨਾ ਹੈ, ਰੇਟ ਆਫ ਚੇਂਜ। ਰੇਟ ਆਫ ਚੇਂਜ ਕੀ ਹੁੰਦਾ, ਠੀਕ ਹੈ, ਕੋਈ ਚੀਜ਼ ਕਿੰਨੀ ਤੇਜ਼ੀ ਨਾਲ ਚੇਂਜ ਹੋ ਰਹੀ ਹੈ ਉਹ ਰੇਟ ਆਫ ਚੇਂਜ ਆਪਾਂ ਪੜਾਂਗੇ ਪਹਿਲਾਂ ਕਿ ਰੇਟ ਆਫ ਚੇਂਜ ਕੀ ਹੈ, ਉਸ ਤੋਂ ਬਾਅਦ ਆਪਾਂ ਡੈਰੀਵੇਟਿਵ ਤੱਕ ਪਹੁੰਚਾਂਗੇ। ਠੀਕ ਹੈ ਬੱਚਿਓ, ਰੇਟ ਆਫ ਚੇਂਜ ਦੋ ਤਰ੍ਹਾਂ ਦਾ ਹੋ ਸਕਦਾ ਹੈ, ਇੱਕ ਐਵਰੇਜ ਰੇਟ ਆਫ ਚੇਂਜ, ਇੱਕ ਇੰਸਟੈਂਟੇਨੀਅਸ ਰੇਟ ਆਫ ਚੇਂਜ। ਇੰਸਟੈਂਟੇਨੀਅਸ, ਠੀਕ ਹੈ, ਐਵਰੇਜ ਰੇਟ ਆਫ ਚੇਂਜ ਤੇ ਇੰਸਟੈਂਟੇਨੀਅਸ ਰੇਟ ਆਫ ਚੇਂਜ। ਪਹਿਲਾਂ ਆਪਾਂ ਐਵਰੇਜ ਬਾਰੇ ਪੜਾਂਗੇ ਤੇ ਜਿਹੜਾ ਇੰਸਟੈਂਟੇਨੀਅਸ ਰੇਟ ਆਫ ਚੇਂਜ ਹੈ ਨਾ, ਬਸ ਆਹੀ ਆਪਣਾ ਡੈਰੀਵੇਟਿਵ ਹੈ। ਠੀਕ ਹੈ ਬੱਚਿਓ, कि पहला एवरेज बारे पढ़ांगे फिर इंस्टेंटेनियस बारे पढ़ते हैं। ठीक है, तो जो इंस्टेंटेनियस रेट ऑफ चेंज अपना की है आ डेरीवेटिव है। हुण चेंज की हुंदा है, रेट ऑफ चेंज हुंदा की है। रेट ऑफ चेंज किसी दे विद रिस्पैक्ट टू हुंदा है। जे मान लो मैं कित्थे जा रहा तो कोई बच्चा कित्थे, मान लो मैं जा रहा सड़क पर, कोई कार कित्थे होर जा रही है, तो आपां देखना कि अपना डिस्टेंस के टाइम के हिसाब नाल कितना कितना चेंज हो रहा है कि किन्ने टाइम बाद अपना डिस्टेंस कितना है, कितना डिस्टेंस चेंज हो रहा है, फिर कितना डिस्टेंस चेंज हो रहा है। मीनस कोई चीज़ चेंज हो रही है विद रिस्पेक्ट टू समथिंग, कोई होर चीज़। ठीक है, पहला की पॉइंट है वैन एवर समथिंग इज चेंजेस, कि कोई चीज़ कितना चेंज हो रही है। सेकेंड पॉइंट, चेंजिंग विद रिस्पेक्ट टू समथिंग एल्स, कि किदे विद रिस्पेक्ट टू चेंज हो रही है। ठीक है बच्चों, कि आपां कोई चीज़ देखनी कितनी चेंज हो रही है तो किदे विद रिस्पेक्ट टू हो रही है। ठीक है, समझ लग गया बच्चों। तो जिहड़ा आ रिलेशन है ना कि चेंज ਨੂੰ ਆਪਾਂ ਡੈਲਟਾ ਨਾਲ ਡਿਨੋਟ ਕਰ ਲੈਂਦੇ ਹਾਂ, ਡੈਲਟਾ 1 ਓਵਰ ਡੈਲਟਾ 2। ਪਹਿਲਾ ਪੁਆਇੰਟ ਕਿ ਕੋਈ ਚੀਜ਼ ਕਿੰਨਾ ਚੇਂਜ ਹੋ ਰਹੀ ਹੈ ਵਿਦ ਰਿਸਪੈਕਟ ਟੂ ਕਿਹਦੇ ਨਾਲ ਚੇਂਜ ਹੋ ਰਹੀ ਹੈ, ਇਹ ਰਿਲੇਸ਼ਨਸ਼ਿਪ ਨੂੰ ਬੋਲਦੇ ਆ ਰੇਟ ਆਫ ਚੇਂਜ। ਠੀਕ ਹੈ, ਆਹ ਵਾਲੇ ਰਿਲੇਸ਼ਨਸ਼ਿਪ ਨੂੰ ਬੋਲਦੇ ਆ ਰੇਟ ਆਫ ਚੇਂਜ। ਕੋਈ ਚੀਜ਼ ਕਿੰਨਾ ਚੇਂਜ ਹੋ ਰਹੀ ਹੈ ਵਿਦ ਰਿਸਪੈਕਟ ਟੂ ਸਮਥਿੰਗ, ਕਿਹਦੇ ਵਿਦ ਰਿਸਪੈਕਟ ਟੂ ਹੋ ਰਹੀ ਹੈ। ਸਮਝ ਲੱਗ ਗਿਆ ਬੱਚਿਓ, ਇਹਨੂੰ ਰੇਟ ਆਫ ਚੇਂਜ ਬੋਲਦੇ ਆ। ਠੀਕ ਹੈ, मान लो हम रेट ऑफ चेंज आप एक पहला एवरेज बारे पढ़ांगे फिर आप इंस्टेंटेनियस बारे पढ़ांगे। ठीक है, इंस्टेंटेनियस रेट ऑफ चेंज तो एवरेज रेट ऑफ चेंज। ठीक है बच्चों, जो आप एवरेज बारे पढ़ते हैं, देखो हाँ जी बच्चों, हुण आप जिवें देखो आप कित्थे जा रहे हैं, मान लो एक बंदा जा रहा है बोल्ट या मोटरसाइकिल या कार ते। ठीक है, आप जा रहे हैं तो आप एक पॉइंट आप इत्थों चले तो आप इत्थों पहुँचे। ठीक है, जिवें आप कोई दो पॉइंट आपको पता हो, मीनस आ पहला पॉइंट, आ पहला नंबर, आ दूजा पॉइंट। ठीक है,
ਤੇ ਐਵਰੇਜ ਰੇਟ ਆਫ ਚੇਂਜ ਅੱਧੀ ਪਹਿਲੇ ਆਪਾਂ ਪਹਿਲਾਂ ਗੱਲ ਕਰਦੇ ਹਾਂ ਕਿ ਐਵਰੇਜ ਰੇਟ ਆਫ ਚੇਂਜ ਕੀ ਸੀਗਾ ਉਹ ਦੇਖੋ ਐਵਰੇਜ ਕੀ ਹੁੰਦਾ ਦੇਖੋ ਜਿਹੜਾ ਇੱਕ ਪੁਆਇੰਟ ਤੋਂ ਲੈ ਕੇ 2 ਪੁਆਇੰਟ ਦੇ ਵਿੱਚ ਕਿੰਨਾ ਡਿਸਟੈਂਸ ਸੀਗਾ ਤੇ ਇੱਕ ਪੁਆਇੰਟ ਤੋਂ ਲੈ ਕੇ ਦੂਜੇ ਪੁਆਇੰਟ ਦੇ ਵਿੱਚ ਕਿੰਨਾ ਟਾਈਮ ਸੀ। ਦੇਖੋ ਇੱਕ ਪੁਆਇੰਟ ਤੋਂ ਲੈ ਕੇ ਦੂਜੇ ਪੁਆਇੰਟ ਤੱਕ ਕਿੰਨਾ ਡਿਸਟੈਂਸ ਸੀਗਾ 100 ਕਿਲੋਮੀਟਰ ਤੇ ਟਾਈਮ ਕਿੰਨਾ ਸੀ 5 ਘੰਟੇ 5 ਆਰ। ਆ ਕਿੰਨਾ ਆਨਸਰ ਆ ਗਿਆ 20 ਕਿਲੋਮੀਟਰ ਪਰ ਆਰ। ਆ ਚੀਜ਼ ਕੀ ਆਈ ਹੈ ਆ ਐਵਰੇਜ ਸਪੀਡ ਆਈ ਹੈ ਕਿ ਐਵਰੇਜ ਸਪੀਡ ਕੀ ਸੀਗਾ डिस्टेंस अपॉन टाइम रेट ऑफ चेंज ऑफ डिस्टेंस विद रिस्पेक्ट टू टाइम। तेनों एवरेज नाम क्यों दिता है देखो 20 किलोमीटर पर आवर इन्हें पर घंटे के हिसाब नाल 20 किलोमीटर की एवरेज दसती जे आप पर घंटे 20 किलोमीटर जावांगे तो असी 5 घंटिया 100 किलोमीटर पहुँच जाएंगे। ठीक है आ एवरेज रेट ऑफ चेंज है आ एवरेज स्पीड आ गई। समझ लग गया बच्चों इतने तक। ठीक है कि आप एक चीज़ तो दूजी चीज़ तक जाने तो आपू एक गल ध्यान रखनी है कि जो आप एवरेज निकालते हैं तो सानू 2 पॉइंट पता होने चाहिए एक पॉइंट तो दूसरा पॉइंट ਤਾਂ ਅਸੀਂ ਉਹ ਦੋਨਾਂ ਦੇ ਵਿੱਚ ਦੱਸਾਂਗੇ ਕਿ ਕਿੰਨਾ ਡਿਸਟੈਂਸ ਹੈ ਤੇ ਉਹ ਦੋਨਾਂ ਪੁਆਇੰਟਾਂ ਦੇ ਵਿੱਚ ਦੱਸਾਂਗੇ ਕਿੰਨੇ ਘੰਟੇ ਲੱਗੇ। ਠੀਕ ਹੈ ਜਦੋਂ ਵੀ ਆਪਾਂ ਐਵਰੇਜ ਦੀ ਗੱਲ ਕਰਨੀ ਹੈ ਤਾਂ ਸਾਨੂੰ 2 ਪੁਆਇੰਟ ਦੱਸਣੇ ਜ਼ਰੂਰੀ ਹੈ। ਠੀਕ ਹੈ ਹੁਣ ਆਪਾਂ ਗੱਲ ਕਰਦੇ ਹਾਂ ਇੰਸਟੈਂਟੇਨੀਅਸ ਰੇਟ ਆਫ ਚੇਂਜ। ਠੀਕ ਹੈ ਬੱਚਿਓ ਆ ਨੋਟ ਕਰ ਲਿਆ। ਹੁਣ ਤੁਹਾਨੂੰ ਮੈਂ ਇੰਸਟੈਂਟੇਨੀਅਸ ਸਮਝਾਣਾ। ਠੀਕ ਹੈ ਹੈਲੋ ਸਟੂਡੈਂਟਸ ਵੈਲਕਮ ਟੂ ਟੀਵੀ ਸਕੂਲ। ਮੈਂ ਕਵਿਤਾ ਤੁਹਾਡੀ ਮੈਥਸ ਟੀਚਰ। +1 क्लास ਦੇ ਵਿੱਚ ਅਸੀਂ ਆਪਣਾ ਅਗਲਾ ਟੌਪਿਕ ਪੜ੍ਹਨਾ ਹੈ ਮੈਥਮੈਟੀਕਲ ਰੀਜ਼ਨਿੰਗ। ਇਟਸ ਅ ਵੈਰੀ ਈਜ਼ੀ ਚੈਪਟਰ। ਇਹਦੀ ਵੇਟੇਜ ਸਿਰਫ 2 ਮਾਰਕਸ ਹੈ। ਇੱਕ ਨੰਬਰ ਵਾਲੇ 2 ਕੁਐਸਚਨਸ ਆਣਗੇ ਬਟ ਦਿਸ ਇਜ਼ ਵੈਰੀ ਈਜ਼ੀ ਚੈਪਟਰ। ਸਟਾਰਟ ਕਰਦੇ ਹਾਂ। ਇਹਦੇ ਵਿੱਚ ਡੈਫੀਨੇਸ਼ਨ ਬੇਸਡ ਹੀ ਹੈ। ਸਭ ਤੋਂ ਪਹਿਲੇ ਹੈ ਸਾਡੇ ਕੋਲ ਸਟੇਟਮੈਂਟ। What is a statement? Statement की है a declarative sentence which is either true or false but not both. Sentence which is either true or false but not both. एक ਇਹੋ ਜਿਹਾ ਸੈਂਟੈਂਸ ਜੋ ਕੁਝ ਡਿਕਲੇਅਰ ਕਰੇ ਡਿਕਲੇਰੇਟਿਵ ਹੋਣਾ ਚਾਹੀਦਾ ਹੈ ਜਿਹੜਾ ਕਿ ਜਾਂ ਤਾਂ ਟਰੂ ਹੋਣਾ ਚਾਹੀਦਾ ਹੈ ਜਾਂ ਫਾਲਸ ਹੋਣਾ ਚਾਹੀਦਾ ਹੈ ਬਟ ਇੱਕੋ ਟਾਈਮ ਤੇ ਦੋਵੇਂ ਪੋਸਿਬਿਲਿਟੀਜ਼ ਨਹੀਂ ਹੋਣੀਆਂ ਚਾਹੀਦੀਆਂ। ਫੋਰ ਐਗਜ਼ਾਮਪਲ ਦਿੱਲੀ ਇਜ਼ ਕੈਪੀਟਲ ਆਫ ਇੰਡੀਆ। Delhi is capital of India. It is a declarative sentence कुछ declare कर रहे हैं कि हाँ दिल्ली इंडिया का capital है and we know that the answer is true. चाहे true होवे चाहे false होवे पर इक्को time पे दोवें ना हों। So this is a statement. Yes, this is a statement. मैं होर sentence लिख रही हूँ असी check करांगे कि वो statement है या नहीं है। My name is कविता। ए भी मैं कुछ डिक्लेयर किया और ए भी की है ट्रू तो ए भी की है सेंटेंस। फिर मैं लिख रही हूं 2 + 3 = 6। 2 + 3 = 6 मैं कुछ डिक्लेयर किया कि 2 + 3 कितना होता है 6 and we know that it's not true, it's false। 2 और 3 ਦਾ ਸਮ 6 नहीं ਹੁੰਦਾ 5 ਹੁੰਦਾ है। मैं कुछ डिक्लेयर किया और आंसर की है फॉल्स तो ये भी की है स्टेटमेंट है। ਅਸੀਂ ਸਿਰਫ ਇਹ ਚੈੱਕ ਕਰਨਾ ਹੈ ਜੋ ਵੀ ਡਿਕਲੇਅਰ ਹੋ ਰਿਹਾ ਹੈ ਉਹਦਾ ਆਨਸਰ ਜਾਂ ਤਾਂ ਟਰੂ ਹੋਵੇ ਜਾਂ ਫਾਲਸ ਹੋਵੇ ਇੱਕੋ ਟਾਈਮ ਤੇ ਦੋਵੇਂ ਨਾ ਹੋਣ। ਸੋ 2 + 3 5 ਹੁੰਦਾ ਹੈ 6 ਨਹੀਂ ਹੁੰਦਾ ਆਨਸਰ ਇਜ਼ ਫਾਲਸ ਬਟ ਦਿਸ ਇਜ਼ ਅ ਸਟੇਟਮੈਂਟ। ਦਿਸ ਇਜ਼ ਅ ਫਾਲਸ ਸਟੇਟਮੈਂਟ। ਨੈਕਸਟ ਇਜ਼ x + 3 = 7। ਹੁਣ ਦੇਖੋ प्रॉब्लम ये है x + 3 = 7 लिखा अगर x की वैल्यू 4 है फिर तो ट्रू है। अगर x की वैल्यू 4 तो इलावा कुछ भी है तो आंसर फॉल्स है। मतलब x या वैल्यू से उत्ते डिपेंड कर रहे कदी आंसर ट्रू आ रहा है कदी आंसर फॉल्स आ रहा है।
ਅਸੀਂ ਪਹਿਲੇ ਹੀ ਕਿਹਾ ਡਿਕਲੇਰੇਟਿਵ ਸੈਂਟੈਂਸ ਵਿਚ ਇਜ਼ ਈਦਰ ਟਰੂ ਔਰ ਫਾਲਸ ਬਟ ਨਾਟ ਬੋਥ। ਇਹਦਾ ਆਨਸਰ ਬੋਥ ਆ ਰਿਹਾ, ਕਦੀ ਟਰੂ ਕਦੀ ਫਾਲਸ, ਸੋ ਦਿਸ ਇਜ਼ ਨਾਟ ਅ ਸਟੇਟਮੈਂਟ। स्टेटमेंट है, ਇਹ ਵੀ ਹੈ, ਇਹ ਨਹੀਂ ਹੈ। ਹੋਰ ਦੇਖਦੇ ਆ ਐਗਜ਼ਾਮਪਲਸ। ਅਸੀਂ ਜੇ ਲਿਖ ਦਈਏ ਹੂ ਆਰ ਯੂ, ਇਹ ਇੰਟਰੋਗੇਟਿਵ सेंटेंस है, डिक्लेरेटिव नहीं है, सो दिस इज नॉट अ स्टेटमेंट। कुछ पूछा गया है, डिक्लेयर नहीं किया गया, सो दिस इज नॉट अ स्टेटमेंट। मे गॉड ब्लेस यू, ਇਹ ਵੀ ਕੀ ਹੈ exclamatory sentence which is not a declarative sentence, so this is also not a statement। ਇਹ ਵੀ statement ਨਹੀਂ ਹੈ, ਇਹ ਵੀ statement नहीं है। so these are some examples of statements। कुछ मैं sentence लिखे जिन्हां विचों कुछ statements है जो declarative है, जिहदा आंसर या तो yes है या no है, वो की है statement। जे इस तो इलावा कुछ है जिवें एक कदी यस सी कदी नो सी, तो ये स्टेटमेंट नहीं है। इस इंटरोगेटिव सेंटेंस है, डिक्लेरेटिव नहीं है, सो ये भी स्टेटमेंट नहीं है। मे गॉड ब्लेस यू, ये भी डिक्लेरेटिव सेंटेंस नहीं है, एक्सक्लेमेटरी सेंटेंस है, सो दिस इज आल्सो नॉट अ स्टेटमेंट। +1 क्लास ਦੇ ਵਿੱਚ ਅਸੀਂ ਆਪਣਾ ਅਗਲਾ ਟੌਪਿਕ ਪੜ੍ਹਨਾ ਹੈ, दैट इज स्टैटिस्टिक्स। स्टैटिस्टिक्स है कि दिस इज ਇਹਨੂੰ ਹਿੰਦੀ ਚ ਕਹਿੰਦੇ ਆ ਆંકੜਾ ਵਿਗਿਆਨ। ਮਤਲਬ ਇਹ ਡੀਲ ਕਰਦਾ ਹੈ, ਸਟੈਟਿਸਟਿਕਸ ਡੀਲ ਵਿਦ ਦ ਡਾਟਾ ਕਲੈਕਟਡ। ਅਸੀਂ ਕੁਝ ਵੀ ਡਾਟਾ ਕਲੈਕਟ ਕਰਦੇ ਹਾਂ ਫॉर द ਸਪੈਸਿਫਿਕ ਰੀਜ਼ਨ, ਜਿਵੇਂ ਸੈਂਸਸ ਲਈ ਪੋਪੂਲੇਸ਼ਨ ਕਾਊਂਟ ਹੁੰਦੀ ਹੈ, ਉਹਦੇ ਵਿੱਚ ਵੀ ਕਲਾਸਿਸ ਬਣਦੀਆਂ ਨੇ ਕਿ ਹਾਂਜੀ ਐਡਲਟ ਕਿੰਨੇ ਹੈ, ਸੀਨੀਅਰ ਸਿਟੀਜ਼ਨਸ ਕਿੰਨੇ ਹੈ, ਇਨਫੈਂਟ ਕਿੰਨੇ ਹੈ, ਉਹਦੇ ਅਕੋਰਡਿੰਗ ਗਵਰਨਮੈਂਟ अपने कुछ रूल सेट करती है कि वास्ते की कुछ करना चाहिए है। सो स्टैटिस्टिक्स जो है वो मेनली डील करता है विद द डाटा कलेक्टेड। ਜਿਹੜਾ डाटा भी कलेक्ट है वो किसी स्पेसिफिक रीजन वास्ते। ਅਸੀਂ ਛੋਟੀਆਂ ਕਲਾਸਿਸ ਦੇ ਵਿੱਚ ਪੜਿਆ गिवन डाटा ਨੂੰ रिप्रेजेंट करना in the form of graph like histogram, bar graph या फिर frequency polygon, ताकि वो डाटा रीड करना थोड़ा इजी होवे। ਉਹ ਤੋਂ ਕੁਝ ਵੀ ਇੰਟਰਪ੍ਰੀਟੇਸ਼ਨ ਚਾਹੀਦੀ ਹੈ, ਕੁਝ ਵੀ ਐਨਾਲਾਈਜ਼ ਕਰਨਾ ਹੈ, ਉਹਨੂੰ ਸਾਡੇ ਲਈ ਉਹ ਕੀ ਹੋ ਜਾਵੇ, ਈਜ਼ੀ ਹੋ ਜਾਵੇ। ਤਾਂ ਅਸੀਂ ਛੋਟੀਆਂ ਕਲਾਸਿਸ ਦੇ ਵਿੱਚ ਉਹ ਸਿੱਖਿਆ। 10th ਕਲਾਸ ਦੇ ਵਿੱਚ ਔਰ 9th ਕਲਾਸ ਦੇ ਵਿੱਚ ਅਸੀਂ ਮੈਜ਼ਰ ਆਫ ਸੈਂਟਰਲ ਟੈਂਡੈਂਸੀ ਸਿੱਖੇ। ਉਹ ਕੀ ਸੀ, ਮੀਨ, ਮੀਡੀਅਨ, ਮੋਡ, ਮੀਨ, ਮੀਡੀਅਨ ਐਂਡ ਮੋਡ। ਇਹਨਾਂ ਤਿੰਨਾਂ ਨੂੰ ਅਸੀਂ ਕਹਿੰਦੇ ਆ ਮੈਜ਼ਰਸ ਆਫ ਸੈਂਟਰਲ ਟੈਂਡੈਂਸੀ। measures of central tendency। मतलब ਜਦੋਂ ਅਸੀਂ mean, median, mode ਕਲਿੱਕ ਕਰਦੇ ਹਾਂ ਤਾਂ ਸਾਨੂੰ ਡਾਟਾ ਦੇ ਸੈਂਟਰਲ ਪਾਰਟ ਬਾਰੇ, ਕਿ ਡਾਟਾ ਦਾ ਸੈਂਟਰ ਕਿਨੂੰ ਅਪਰੋਚ ਕਰ ਰਿਹਾ ਹੈ, ਉਹਦੇ ਬਾਰੇ ਸਾਨੂੰ ਥੋੜਾ ਆਈਡੀਆ ਹੁੰਦਾ ਹੈ। ਇਹ ਸਾਰਾ ਕੁਝ ਅਸੀਂ 9th 10th ਵਿੱਚ ਪੜਿਆ। ਹੁਣ ਅਸੀਂ ਜੋ +1 ਚ ਪੜ੍ਹਨਾ ਹੈ ਉਹ ਪੜ੍ਹਨਾ ਹੈ ਮੈਜ਼ਰ ਆਫ ਡਿਸਪਰਸ਼ਨ। ਹੈਲੋ ਸਟੂਡੈਂਟਸ, ਅੱਜ ਸਾਡਾ ਟੌਪਿਕ ਹੈ ਪ੍ਰੋਬੇਬਿਲਿਟੀ। ਪ੍ਰੋਬੇਬਿਲਿਟੀ ਨੂੰ ਅਸੀਂ ਸਾਇੰਸ ਆਫ ਚਾਂਸ ਵੀ ਕਹਿੰਦੇ ਹੈਗੇ। ਸਾਇੰਸ ਆਫ ਚਾਂਸ ਦਾ ਮਤਲਬ ਕੀ ਹੁੰਦਾ ਹੈਗਾ, ਜਦ ਵੀ ਤੁਸੀਂ ਕੋਈ ਵੀ ਗੱਲ ਕਰਦੇ ਹੈ, ਜਿਵੇਂ ਮੈਂ ਤੁਹਾਡੇ ਕਲਾਸ ਵਿੱਚ ਕੁਝ ਮੁੰਡੇ ਕੁਝ ਕੁੜੀਆਂ ਪੜ੍ਹ ਰਹੀਆਂ ਹੋਣਗੀਆਂ, ਤੇ ਮੈਂ ਇਹ ਕਹਿਣਾ ਹੈਗਾ ਕਿ ਵੀ ਜਿਹੜਾ ਮੈਂ ਬੱਚਾ ਇੱਕ ਕੋਈ ਵੀ ਸਿਲੈਕਟ ਕਰਦਾ ਤੁਹਾਡੀ ਕਲਾਸ ਵਿੱਚੋਂ, ਉਹ ਜਿਹੜਾ ਬੱਚਾ ਹੈ ਜਾਂ ਮੁੰਡਾ ਹੋਏਗਾ ਜਾਂ ਕੁੜੀ ਹੋਏਗੀ, ਉਹਦੇ ਚਾਂਸਸ ਕਿੰਨੇ ਨੇ। ਠੀਕ ਹੈ, ਅਸੀਂ ਅਨਇੰਟੈਂਸ਼ਨਲੀ ਜਾਂ ਇੰਟੈਂਸ਼ਨਲੀ ਬੋਲ ਦਿੰਦੇ ਹੈਗੇ, ਅਨਇੰਟੈਂਸ਼ਨਲੀ ਕਹਿ ਦਿੰਦੇ ਕਿ ਵੀ 50% ਚਾਂਸਸ ਹੈ ਮੁੰਡਾ ਹੋਵੇ, 50% ਚਾਂਸਸ ਹੈ ਕੁੜੀ ਹੋਵੇ। ਠੀਕ ਹੈ, ਆ ਜਿਹੜੀ 50% ਚਾਂਸਸ ਵਾਲੀ ਗੱਲ ਕੀ ਹੈਗੀ ਹੈ, ਇਹ ਐਕਚੁਅਲੀ ਪ੍ਰੋਬੇਬਿਲਿਟੀ ਹੈਗੀ ਹੈ। ਹੋਰ ਕਿੱਦਾਂ ਅਸੀਂ ਕਹਿੰਦੇ ਹਾਂ ਕਿ ਅੱਜ ਕ੍ਰਿਕਟ ਦਾ ਮੈਚ ਹੈਗਾ, ਅੱਜ ਇੰਡੀਆ ਤੇ ਪਾਕਿਸਤਾਨ ਦਾ ਮੈਚ ਹੈ, ਤਾਂ ਦੋਨੋਂ ਵਿੱਚ ਇੰਡੀਆ ਦੇ ਜਿੱਤਣ ਦੇ ਚਾਂਸਸ ਕਿੰਨੇ ਨੇ। ਠੀਕ ਹੈ, ਇਹ ਵੀ ਇੱਕ ਤਰ੍ਹਾਂ ਦੀ ਪ੍ਰੋਬੇਬਿਲਿਟੀ ਹੈਗੀ ਹੈ। ਔਰ ਜੇਕਰ ਸਪੋਜ਼ ਕਰੋ ਕਦੇ ਬ੍ਰਾਜ਼ੀਲ ਦੇ ਨਾਲ ਸਾਡਾ ਇੰਡੀਆ ਦਾ ਫੁੱਟਬਾਲ ਮੈਚ ਹੋ ਜਾਏ, ਤਾਂ ਅਸੀਂ ਕਹਾਂਗੇ ਇੰਡੀਆ ਦੇ ਜਿੱਤਣ ਦੇ ਚਾਂਸਸ ਬਹੁਤ ਘੱਟ ਨੇ। ਅਸੀਂ ਨਾ ਤਾਂ ਨਹੀਂ ਕਹਾਂਗੇ, ਕੀ ਪਤਾ ਤੁੱਕੇ ਨਾਲ ਜਿੱਤ ਵੀ ਜਾਵੇ, ਬਟ ਅਸੀਂ ਕਹਾਂਗੇ ਇੰਡੀਆ ਦੇ ਜਿੱਤਣ ਦੇ ਚਾਂਸਸ ਘੱਟ ਨੇ ਉਸ ਥਾਂ 'ਤੇ। ਠੀਕ ਹੈ, ਅੱਛਾ ਹੁਣ ਇੱਕ ਹੋਰ ਕੰਟਰੀ ਹੈ ਬੰਗਲਾਦੇਸ਼ ਹੋ ਗਈ। ਬੰਗਲਾਦੇਸ਼ 'ਚ ਖੇਡਦੀ ਹੈਗੀ ਹੈ ਬ੍ਰਾਜ਼ੀਲ ਦੇ ਨਾਲ ਫੁੱਟਬਾਲ ਮੈਚ,
ਉਹਦੇ ਵੀ ਚਾਂਸਸ ਘੱਟ ਨੇ ਜਿੱਤਣ ਦੇ, ਠੀਕ ਹੈ। ਤੇ ਬਟ ਸਾਨੂੰ ਇਹ ਨਹੀਂ ਪਤਾ ਕਿਹਦੇ ਚਾਂਸਸ ਕਿੰਨੇ ਜ਼ਿਆਦਾ ਨੇ, ਠੀਕ ਹੈ, ਕਿਹਦੇ ਜ਼ਿਆਦਾ ਘੱਟ ਨੇ, ਕਿਹਦੇ ਘੱਟ ਹੈ, ਠੀਕ ਹੈ। ਤਾਂ ਇਸ ਚੀਜ਼ ਨੂੰ ਕੁਆਂਟੀਫਾਈ ਕਰਨ ਲਈ ਅਸੀਂ ਇਹ ਟੌਪਿਕ ਪੜ੍ਹਦੇ ਹਾਂ, ਪ੍ਰੋਬੇਬਿਲਿਟੀ ਵਿੱਚ ਅਸੀਂ ਦੇਖਦੇ ਹਾਂ ਕਿ ਕਿਹਦੇ ਚਾਂਸਸ ਕਿੰਨੇ ਹੋਣਗੇ। ਹੁਣ ਸਪੋਜ਼ ਕਰੋ ਇੱਥੇ ਦੋ ਚੀਜ਼ਾਂ ਬਣਾਈ ਹੋਈਆਂ, ਇੱਕ ਤਾਂ ਮੈਂ ਬਣਾਇਆ ਕੋਇਨ, ਠੀਕ ਹੈ। ਕੋਇਨ ਵਿੱਚ ਤੁਸੀਂ ਦੇਖੇ ਹੋਣਗੇ ਦੋ ਪਹਿਲੂ ਹੁੰਦੇ ਨੇ ਸਿੱਕੇ ਦੇ, ਇੱਕ ਤੇ ਉੱਤੇ ਹੁੰਦਾ ਟੇਲਸ, ਇੱਕ ਤੇ ਹੁੰਦਾ ਹੈਡ। ਜੇ ਤੁਸੀਂ ਉਹਨੂੰ ਟੌਸ ਕਰਦੇ ਹੋ ਕੋਇਨ ਨੂੰ ਤਾਂ ਤੁਹਾਡੇ ਕੋਲ ਕੀ ਆਏਗਾ, ਜਾਂ ਤਾਂ ਹੈਡ ਆਏਗਾ ਜਾਂ ਟੇਲ ਆਏਗਾ। ਤਾਂ ਮੈਂ ਤੁਹਾਨੂੰ ਜੇ ਪੁੱਛਾਂ ਹੈਡ ਆਉਣ ਦੇ ਚਾਂਸਸ ਕਿੰਨੇ ਹੈ ਤਾਂ ਉਹ ਕੀ ਹੋਣਗੇ 50% ਚਾਂਸਸ ਹੈ, ਠੀਕ ਹੈ। ਪ੍ਰੋਬੇਬਿਲਿਟੀ ਉਸੇ ਚੀਜ਼ ਨੂੰ ਪ੍ਰੋਬੇਬਿਲਿਟੀ ਵਿੱਚ ਕਿਵੇਂ ਕਵਾਂਗੇ ਕਿ ਉਹਦੇ ਚਾਂਸਸ ਅੱਧੇ ਨੇ, ਠੀਕ ਹੈ। ਹਾਫ ਚਾਂਸ ਹੈਗਾ ਹੈਡ ਦੇ ਆਉਣ ਦੇ, ਹਾਫ ਹੀ ਚਾਂਸ ਹੈਗੇ ਸਾਡੇ ਟੇਲ ਦੇ ਆਉਣ ਦੇ। ਇਸੇ ਤਰੀਕੇ ਨਾਲ ਜੇ ਅਸੀਂ ਡਾਈਸ ਹੁੰਦਾ ਨਾ, ਲੂਡੋ ਖੇਡਦੇ ਹਾਂ ਅਸੀਂ, ਸਬਸਿਡੀ ਖੇਡਦੇ ਹਾਂ, ਤਾਂ ਉਹਦੇ ਵਿੱਚ ਇੱਕ ਡਾਈਸ ਹੁੰਦਾ ਹੈਗਾ, ਔਰ ਡਾਈਸ ਨੂੰ ਅਸੀਂ ਰੋਲ ਕਰਦੇ ਹਾਂ। ਉਹਦੇ ਵਿੱਚ ਕਿੰਨੇ ਨੰਬਰ ਹੁੰਦੇ, 6 ਹੁੰਦੇ, 1 2 3 4 5 6, ਠੀਕ ਹੈ। ਉਹ 6 'ਚੋਂ ਕੋਈ ਨੰਬਰ ਆਏਗਾ, ਹੁਣ 6 ਵਿੱਚ ਸਪੋਜ਼ ਕਰੋ 2 ਆ ਗਏ, ਤਾਂ ਉਹਦੇ 'ਚ ਕਿੰਨੇ ਚਾਂਸਸ ਨੇ 2 ਆਉਣ ਦੇ ਜਾਂ ਕਿਸੇ ਵੀ ਨੰਬਰ ਆਉਣ ਦੇ ਕਿੰਨੇ ਚਾਂਸਸ ਹੈ। ਇਹ ਅਸੀਂ ਸਾਰਾ ਕੁਝ ਅਸੀਂ ਪੜਾਂਗੇ ਪ੍ਰੋਬੇਬਿਲਿਟੀ ਦੇ ਅੰਡਰ, ਠੀਕ ਹੈ। ਹੁਣ ਪ੍ਰੋਬੇਬਿਲਿਟੀ ਦੀ ਜੇ ਡੈਫੀਨੇਸ਼ਨ ਬੋਲੀ ਜਾਵੇ ਜਾਂ ਫਿਰ ਮੈਂ ਵੈਸੇ ਇੱਕ ਲੇਮਨ ਲੈਂਗੁਏਜ ਵਿੱਚ ਬੋਲਣਾ ਪ੍ਰੋਬੇਬਿਲਿਟੀ ਹੁੰਦੀ ਕੀ ਹੈ, ਉਹ ਅਸੀਂ ਇਹ ਕਹਿ ਸਕਦੇ ਹਾਂ ਕੋਈ ਵੀ ਈਵੈਂਟ ਦੇ ਅਕਰ ਕਰਨ ਦੇ ਚਾਂਸਸ ਕਿੰਨੇ ਹੈ, ਅਸੀਂ ਉਹਨੂੰ ਰਿਕਾਰਡ ਕਰਦੇ ਹਾਂ, ਉਹਨੂੰ ਅਸੀਂ ਕਹਿੰਦੇ ਪ੍ਰੋਬੇਬਿਲਿਟੀ।